ਅਜੀਤ ਰਾਹੀ ਦਾ ਨੋਵਲ ਹੈ ਫੌੜੀਆਂ, ਅੰਗ 7ਵਾਂ। ਮੈਂ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਸੌਂ ਗਿਆ। 3 ਵਜੇ ਦੇ ਕਰੀਬ ਸ਼ਕੀਨ, ਰੇਸ਼ਮ, ਦਾਰੀ ਤੇ ਉਹਦੀ ਪਤਨੀ ਕਾਫੀ ਸਮਾਨ ਤੇ ਟੇਪ ਰਿਕਾਰਡਰ ਲੈ ਕੇ ਆ ਗਏ। ਜੂਲੀ, ਦਾਰੀ ਦੀ ਪਤਨੀ, ਮੈਨੂੰ ਵੇਖ ਕੇ ਹੱਸ ਪਈ ਤੇ ਫਿਰ ਦਾਰੀ ਨੂੰ ਕਹਿਣ ਲੱਗੀ, ਮੈਂ ਤਾਂ ਆਪਣੇ ਘਰ ਵਾਲੇ ਨੂੰ ਮਿਲਣ ਆਈ ਹਾਂ, ਤੁਸੀਂ ਕਿਉਂ ਆਏ ਹੋ? ਸਭ ਹੱਸ ਪਏ ਤੇ ਕਹਿਣ ਲੱਗੇ, ਅਸੀਂ ਆਪਣੇ ਭਰਾ ਨੂੰ ਮਿਲਣ ਆਏ ਹਾਂ। ਜੂਲੀ ਨੇ ਸਾਰਾ ਸਮਾਨ ਕੱਢਿਆ। ਮੈਨੂੰ ਸਵਾਈ ਅੰਡਰਵੇਅਰ ਤੋਂ ਕੁਝ ਨਹੀਂ ਸੀ ਚਾਹੀਦਾ। ਮੈਂ ਟੇਪ ਰਿਕਾਰਡਰ ਵੀ ਰੱਖ ਲਈ। ਦਾਰੀ ਕਹਿਣ ਲੱਗਾ, ਖਾਣ ਪੀਣ ਦਾ ਕੀ ਪ੍ਰਬੰਧ ਹੈ? ਮੈਂ ਕਿਹਾ, ਬਹੁਤ ਵਧੀਆ ਹੈ। ਜੂਲੀ ਝੱਟ ਸਮਝ ਕੇ ਬੋਲੀ, ਰੋਟੀ ਨਹੀਂ ਮਿਲਦੀ ਹੋਣੀ? ਮੈਂ ਕਿਹਾ, ਹਾਂ। ਉਹ ਹੱਸ ਪਈ ਤੇ ਬੋਲੀ, ਘਰੋਂ ਲਿਆ ਦਿਆਂਗੀ। ਮੈਂ ਕਿਹਾ, ਉਹਦੀ ਲੋੜ ਨਹੀਂ, ਉਹ ਸਾਰੇ ਛੇਤੀ ਚਲੇ ਗਏ। ਉਹਨਾਂ ਦੱਸਿਆ ਕਿ ਇੱਕ ਤਾਂ ਪੈਟਰੋਲ ਪੰਪ ਵਾਲਿਆਂ ਦੀ ਹੜਤਾਲ ਹੈ, ਤੇਲ ਨਹੀਂ ਮਿਲਦਾ, ਦੂਜਾ ਕਾਰ ਦਾ ਟਾਇਰ ਨਵਾਂ ਪਵਾਉਣਾ। ਉਹਨਾਂ ਦੇ ਜਾਣ ਤੋਂ ਬਾਅਦ ਕਮਰਾ ਖਾਲੀ ਖਾਲੀ ਲੱਗਣ ਲੱਗ ਪਿਆ। ਮੇਰਾ ਭਰਾ ਚਰਨ, ਚੇਤਨ ਤੇ ਭਣੋਈਆ ਤੀਰਥ ਮੈਥੋਂ ਕੋਈ 300 ਕਿਲੋਮੀਟਰ ਤੇ ਸੀ। ਮੈਂ ਰਾਤ ਉਹਨਾਂ ਨੂੰ ਫੋਨ ਕਰਨ ਦੀ ਸੋਚ ਕੇ ਸਿਸਟਰ ਨੂੰ ਕਿਹਾ। ਉਹਨੇ ਝੱਟ ਫੋਨ ਮੇਰੇ ਬੈੱਡ ਦੇ ਨਾਲ ਫਿੱਟ ਕਰ ਦਿੱਤਾ ਤੇ ਫਿਰ ਮੈਨੂੰ ਨੰਬਰ ਪੁੱਛ ਕੇ ਆਪ ਮਿਲਾ ਕੇ ਮੈਨੂੰ ਰਿਸੀਵਰ ਫੜਾ ਦਿੱਤਾ। ਮੋਰੇ ਚੇਤਨ ਸੀ। ਉਹਨੂੰ ਜਦੋਂ ਮੈਂ ਦੱਸਿਆ ਕਿ ਮੈਂ ਹਸਪਤਾਲ 'ਚ ਪਰਸੋਂ ਦਾ ਦਾਖਲ ਹੋ ਗਿਆ ਤਾਂ ਉਹ ਹੈਰਾਨ ਸੀ। ਉਹਨੇ ਕਿਹਾ ਕਿ ਮੈਨੂੰ ਜੂਲੀ ਨੇ ਫੋਨ ਤੇ ਕਿਹਾ ਸੀ ਕਿ ਤੁਸੀਂ ਘਰ ਹੀ ਹੋ ਤੇ ਸੋਮਵਾਰ ਆਪਰੇਸ਼ਨ ਹੋਣਾ। ਮੈਂ ਕਿਹਾ, ਉਹਨੇ ਇਸ ਤਰ੍ਹਾਂ ਨਹੀਂ ਕਿਹਾ, ਤੈਨੂੰ ਸਮਝ ਨਹੀਂ ਲੱਗੀ ਹੋਣੀ ਉਹਦੀ ਅੰਗਰੇਜ਼ੀ ਦੀ। ਉਹ ਆਪ ਮੈਨੂੰ ਦਾਖਲ ਕਰਾ ਕੇ ਗਈ ਸੀ ਤੇ ਮੈਂ ਹੀ ਉਹਨੂੰ ਫੋਨ ਕਰਨ ਲਈ ਕਿਹਾ ਸੀ। ਖੈਰ, ਚੇਤਨ ਨੇ ਕਿਹਾ ਕਿ ਕੋਈ ਨਹੀਂ, ਅਸੀਂ ਸੋਮਵਾਰ ਆਵਾਂਗੇ ਤੇ ਮੈਂ ਫੋਨ ਰੱਖ ਦਿੱਤਾ। ਉਸ ਰਾਤ ਲੱਤ ਵਿੱਚ ਪਹਿਲੀਆਂ 2 ਰਾਤਾਂ ਨਾਲੋਂ ਦਰਦ ਕੁਝ ਵੱਧ ਹੋਈ। ਮੈਂ ਠੀਕ ਤਰ੍ਹਾਂ ਸੌਂ ਨਾ ਸਕਿਆ। ਨਰਸਾਂ ਵੀ ਘਬਰਾ ਗਈਆਂ। ਅਖੀਰ ਮੈਨੂੰ ਨੀਂਦ ਤੇ ਦਰਦ ਦੀਆਂ 4 ਗੋਲੀਆਂ 12 ਵਜੇ ਦੇ ਦਿੱਤੀਆਂ। ਸਵੇਰੇ ਚਾਹ ਲਈ ਵੀ ਜਦੋਂ ਮੈਂ ਉੱਠਿਆ ਤਾਂ ਮੇਰੀਆਂ ਅੱਖਾਂ 'ਚ ਨੀਂਦ ਸੀ। ਮੈਂ ਚਾਹ ਪੀ ਕੇ ਸੌਂ ਗਿਆ। ਡੇਲੀ ਕਾਸਟਲੀ ਦੇ ਤੇ ਸਿਸਟਰ ਕੋਲ ਆ ਗਈਆਂ। ਹੱਸਦੀਆਂ ਨੇ ਮੇਰੇ ਸੁੱਤੇ ਦੇ ਕੋਲ ਆ ਕੇ ਕਿਹਾ, ਹੈਲੋ। ਮੈਂ ਜਾਗ ਗਿਆ ਤੇ ਕਿਹਾ, 7 ਵੀ ਰੋਜ਼ ਵੱਜਦੇ ਤੇ ਸੂਰਜ ਵੀ ਰੋਜ਼ ਨਿਕਲਦਾ, ਪਰ ਇਹ ਜ਼ਰੂਰੀ ਨਹੀਂ ਸਭ ਲਈ ਸੂਰਜ ਪਿਆਰਾ ਹੋਵੇ। ਉਹ ਦੋਵੇਂ ਹੱਸ ਪਈਆਂ ਤੇ ਕਹਿਣ ਲੱਗੇ, ਮਿਸਟਰ ਸਿੰਘ, ਤੂੰ ਫਿਲਾਸਫਰ ਤੇ ਨਹੀਂ? ਮੈਂ ਵੀ ਹੱਸ ਪਿਆ। ਸਿਸਟਰ ਕੋਲ ਕਹਿਣ ਲੱਗੀ, ਉੱਠੋ, ਨਹਾਉਣ ਚਲੋ। ਮੈਂ ਕਿਹਾ, ਠੀਕ ਹੈ। ਉਹ ਕੁਰਸੀ ਲੈ ਆਈ। ਮੈਂ ਕਿਹਾ, ਨਹੀਂ, ਤੁਰ ਕੇ ਚੱਲਣਾ। ਉਹ ਬੋਲੀ, ਦੂਰ ਹੈ, ਤੁਸੀਂ ਕੁਰਸੀ ਤੇ ਬੈਠ ਜਾਓ। ਉਸ ਨਹਾਉਣ ਦਾ ਸਾਰਾ ਸਮਾਨ ਤਿਆਰ ਕਰਕੇ, ਸਾਫ਼ ਕਮੀਜ਼ ਪਜਾਮਾ ਨਾਲ ਰੱਖ ਕੇ ਮੇਰਾ ਨਵਾਂ ਅੰਡਰਵੀਅਰ ਵੀ ਲੈ ਲਿਆ ਤੇ ਮੈਨੂੰ ਬਹੁਤ ਹੌਲੀ-ਹੌਲੀ ਬੈੱਡ ਤੋਂ ਹੇਠਾਂ ਲਾ ਕੇ ਕੁਰਸੀ ਤੇ ਬਿਠਾ ਲਿਆ। ਗੁਸਲਖਾਨੇ 'ਚ ਮੇਰੇ ਕੱਪੜੇ ਲਾ ਕੇ ਸ਼ਾਵਰ ਚਲਾ ਦਿੱਤਾ ਤੇ ਜਦੋਂ ਨਹਾ ਹਟਿਆ ਮੇਰੇ ਤੌਲੀਏ ਨਾਲ ਸਰੀਰ ਖੁਸ਼ ਕਰਕੇ ਪਾਊਡਰ ਪਾ ਕੇ ਮੇਰੇ ਕੱਪੜੇ ਪਾਤੇ ਤੇ ਆਪ ਮੇਰਾ ਅੰਡਰਵੀਅਰ ਧੋਣ ਲੱਗ ਪਈ। ਉਹਨੂੰ ਧੋ ਕੇ ਮੇਰੇ ਤੌਲੀਏ ਦੇ ਨਾਲ ਹੀ ਸੁੱਕਣਾ ਪਾ ਦਿੱਤਾ। ਮੈਨੂੰ ਕੁਰਸੀ ਤੇ ਬਿਠਾ ਕੇ ਹੇਠ ਫੱਟੇ ਤੇ ਸਿਰਹਾਣਾ ਰੱਖ ਕੇ ਲੱਤ ਉੱਪਰ ਰੱਖ ਦਿੱਤੀ। ਫਿਰ ਬ੍ਰੈਕਫਾਸਟ ਕਰਕੇ ਹਟਿਆ ਤਾਂ ਬ੍ਰਸ਼ ਕਰਨ ਲਈ ਪਾਣੀ ਤੇ ਖਾਲੀ ਕੱਪ ਦੇ ਦਿੱਤਾ। ਉਸ ਤੋਂ ਬਾਅਦ ਸ਼ੇਵ ਕਰਨ ਲਈ ਸ਼ੇਵਰ ਤੇ ਸ਼ੀਸ਼ਾ ਫੜਾ ਗਈ। ਮੈਂ ਸੋਚਿਆ, ਇਹਨੂੰ ਕੋਈ ਹੋਰ ਕੰਮ ਨਹੀਂ। ਅੱਜ ਐਤਵਾਰ ਸੀ ਤੇ ਕੱਲ ਮੇਰਾ ਆਪਰੇਸ਼ਨ ਹੋਣਾ ਸੀ। ਡਾਕਟਰ ਲਾਈਟਲ ਤੇ ਡੈਵਲਿਨ ਆ ਗਏ। ਰਾਤ ਦੀ ਦਰਦ ਦਾ ਮੈਂ ਉਹਨਾਂ ਨੂੰ ਦੱਸਿਆ। ਉਹ ਹੱਸ ਕੇ ਕਹਿਣ ਲੱਗਾ, ਕੱਲ ਸਭ ਦੇਖ ਲਵਾਂਗੇ, ਫਿਕਰ ਨਾ ਕਰ। ਦੁਪਹਿਰ ਦੀ ਰੋਟੀ ਤੋਂ ਪਹਿਲਾਂ ਮੈਨੂੰ ਬੈੱਡ ਤੇ ਪਾਤਾ ਤੇ ਮੈਂ ਸੌਂ ਗਿਆ। ਰੋਟੀ ਵਾਲੀ ਨਰਸ ਰੋਟੀ ਰੱਖ ਕੇ ਚਲੀ ਗਈ। ਜਦੋਂ ਜਾਗ ਆਈ ਤਾਂ ਰੋਟੀ ਮੇਰੇ ਕੋਲ ਮੇਜ਼ ਤੇ ਪਈ ਸੀ। ਮੈਂ ਰੋਟੀ ਖਾਣ ਲੱਗ ਪਿਆ। ਰੋਟੀ ਵਾਲੀ ਨਰਸ ਫੇਰ ਵੇਖਣ ਆਈ ਮੈਂ ਰੋਟੀ ਖਾ ਰਿਹਾ ਸੀ। ਉਹ ਹੱਸ ਪਈ ਤੇ ਬੋਲੀ, ਮੈਂ ਇਸ ਲਈ ਨਹੀਂ ਜਗਾਇਆ ਕਿ ਤੁਸੀਂ ਰਾਤ ਨਹੀਂ ਸੁੱਤੇ। ਮੈਂ ਹੈਰਾਨ ਸੀ ਕਿ ਇਹਨੂੰ ਪਤਾ ਹੈ ਕਿ ਮੈਂ ਸੁੱਤਾ ਨਹੀਂ। ਗੱਲ ਕੀ, ਹਰ ਮਰੀਜ਼ ਦੀ ਹਾਲਤ ਦਾ ਹਰ ਕਰਮਚਾਰੀ ਨੂੰ ਪਤਾ ਹੁੰਦਾ ਹੈ। 5 ਵਜੇ ਰਾਤ ਦਾ ਖਾਣਾ ਆ ਗਿਆ। ਮੈਂ ਖਾ ਕੇ ਹਟਿਆ ਹੀ ਸੀ ਕਿ ਸਿਸਟਰ ਰਾਇਨ ਦੇ ਨਾਲ ਇੱਕ ਮਰਦ ਕਰਮਚਾਰੀ ਆ ਗਿਆ। ਸਿਸਟਰ ਨੇ ਮੇਰੀ ਲੱਤ ਨੰਗੀ ਕਰਕੇ ਹੇਠਾਂ ਇੱਕ ਮੋਮਜਾਮਾ ਵਿਛਾ ਦਿੱਤਾ। ਉਹ ਕਰਮਚਾਰੀ ਮੇਰੀ ਲੱਤ ਤੋਂ ਵਾਲ ਸਾਫ਼ ਕਰਨ ਲੱਗ ਪਿਆ। ਤਕਰੀਬਨ ਸਾਰੀ ਲੱਤ ਦੇ ਵਾਲ ਮੁੰਨ ਦਿੱਤੇ। ਲੱਤ ਹੋਰ ਵੀ ਪਤਲੀ ਲੱਗਣ ਲੱਗ ਪਈ। ਸਿਸਟਰ ਨੇ ਵਾਲਾਂ ਵਾਲਾ ਮੋਮਜਾਮਾ ਹੌਲੀ-ਹੌਲੀ ਲੱਤ ਦੇ ਹੇਠੋਂ ਕੱਢ ਕੇ ਫਿਰ ਤੌਲੀਏ ਨਾਲ ਸਾਫ਼ ਕੀਤੀ ਤੇ ਕਰੀਮ ਜੀ ਲਾ ਦਿੱਤੀ। ਫਿਰ ਪਾਊਡਰ ਪਾ ਕੇ ਲੱਤ ਤੌਲੀਏ ਨਾਲ ਸਾਫ਼ ਕਰ ਦਿੱਤੀ। ਥੋੜੇ ਚਿਰ ਬਾਅਦ ਡਾਕਟਰ ਡੈਵਲਿਨ ਆ ਗਿਆ। ਲੱਤ ਦੇਖੀ, ਠੀਕ ਤਰ੍ਹਾਂ ਸਾਫ਼ ਸੀ। ਫਿਰ ਹੱਸ ਪਿਆ ਤੇ ਕਹਿਣ ਲੱਗਾ, ਤੁਹਾਨੂੰ ਖੰਘ ਤੇ ਨਹੀਂ ਆਉਂਦੀ? ਮੈਂ ਕਿਹਾ, ਨਹੀਂ। ਦਿਲ ਦੀ ਸ਼ਿਕਾਇਤ ਤੇ ਨਹੀਂ? ਮੈਂ ਕਿਹਾ, ਨਹੀਂ। ਪਹਿਲਾਂ ਕਦੀ ਆਪਰੇਸ਼ਨ ਹੋਇਆ? ਮੈਂ ਕਿਹਾ, ਨਹੀਂ। ਕਿਸੇ ਦਵਾਈ ਤੋਂ ਐਲਰਜਿਕ ਤੇ ਨਹੀਂ? ਫਿਰ ਉਹਨੇ ਬਲੱਡ ਪ੍ਰੈਸ਼ਰ ਦੇਖਿਆ, ਨਾਲੇ ਬੁਖਾਰ ਚੈੱਕ ਕੀਤਾ, ਸਭ ਠੀਕ ਸੀ। ਉਸੇ ਵਕਤ ਨਰਸ ਨੂੰ ਕਹਿ ਕੇ ਖੂਨ ਟੈਸਟ ਕਰਵਾ ਕੇ ਸਭ ਕੁਝ ਲਿਖ ਲਿਆ। ਮੈਨੂੰ ਕਹਿਣ ਲੱਗਾ, ਖਾਣਾ ਕੁਝ ਨਹੀਂ, ਸਵੇਰੇ 8 ਵਜੇ ਆਪਰੇਸ਼ਨ ਹੋਏਗਾ। 7 ਵਜੇ ਸਿਸਟਰ ਤੁਹਾਨੂੰ ਤਿਆਰ ਕਰ ਦੇਗੀ। ਇੱਕ ਟੀਕਾ ਨੀਂਦ ਦਾ 7 ਵਜੇ ਲੱਗ ਜਾਏਗਾ, ਇੱਕ ਆਪਰੇਸ਼ਨ ਤੋਂ ਥੋੜਾ ਪਹਿਲਾਂ। ਆਪਰੇਸ਼ਨ ਥੀਏਟਰ 'ਚ ਜਾ ਕੇ ਲੱਗੇਗਾ। ਚੰਗਾ, ਆਪਾਂ ਕੱਲ ਨੂੰ ਆਪਰੇਸ਼ਨ ਤੋਂ ਬਾਅਦ ਮਿਲਾਂਗੇ। ਗੁੱਡ ਬਾਏ। ਇੱਕ ਦੂਸਰੇ ਨੂੰ ਕਿਹਾ।
ਸਿਸਟਰ ਠੰਡੀ ਕਰੀਮ, ਕੌਫੀ ਤੇ ਨਾਲ 2 ਬਿਸਕਿਟ ਲੈ ਆਈ। ਮੈਂ ਜਦੋਂ ਪੀ ਹਟਿਆ ਤਾਂ ਉਹ ਇੱਕ ਗੱਤੇ ਤੇ ਕੁਝ ਲਿਖ ਕੇ ਲੈ ਆਈ ਤੇ ਮੇਰੇ ਬੈੱਡ ਦੇ ਸਿਰਹਾਣੇ ਲਟਕਾ ਗਈ। ਜਦੋਂ ਮੈਂ ਪੜ੍ਹਿਆ ਉਸ ਤੇ ਅੰਗਰੇਜ਼ੀ ਦਾ ਸ਼ਬਦ ਫਾਸਟਿੰਗ ਲਿਖਿਆ ਹੋਇਆ ਸੀ। ਮੈਂ ਸਿਸਟਰ ਨੂੰ ਪੁੱਛਿਆ, ਇਹ ਕਿਉਂ ਲਾਇਆ ਹੋਇਆ? ਉਹ ਬੋਲੀ, ਤੁਹਾਡਾ ਸਵੇਰੇ ਆਪਰੇਸ਼ਨ ਹੋਣਾ, ਤੁਸੀਂ ਹੁਣ ਤੋਂ ਬਾਅਦ ਕੁਝ ਖਾਣਾ ਪੀਣਾ ਨਹੀਂ ਹੈ। ਤੇ ਉਹ ਮੇਰੇ ਜੂਸ ਵਾਲਾ ਜੱਗ ਵੀ ਚੁੱਕ ਕੇ ਲੈ ਗਈ। ਡਾਕਟਰ ਲਾਈਟਲ ਆਪਣੀ ਆਦਤ ਅਨੁਸਾਰ ਹੱਸਦਾ ਹੱਸਦਾ ਅੰਦਰ ਆਇਆ। ਉਹਦੇ ਨਾਲ ਸਿਸਟਰ ਰਾਇਨ ਸੀ। ਉਹਨੇ ਮੇਰੇ ਨਾਲ ਹੱਥ ਮਿਲਾਇਆ, ਮੇਰੀ ਲੱਤ ਨੰਗੀ ਕਰਕੇ ਵੇਖੀ, ਸਾਫ਼ ਸੀ। ਫਿਰ ਸਿਆਹੀ ਵਾਲੀ ਕਾਲੀ ਪੈਨਸਲ ਨਾਲ ਗੋਡੇ ਦੇ ਥੱਲੇ ਗੋਡੇ ਵੱਲ ਨੂੰ ਤੀਰ ਦਾ ਨਿਸ਼ਾਨ ਬਣਾਉਣ ਲੱਗ ਪਿਆ। ਮੈਂ ਵੀ ਵੇਖੀ ਜਾਵਾਂ, ਸਿਸਟਰ ਵੀ ਵੇਖੀ ਜਾਏ। ਮੈਂ ਕਿਹਾ, ਇਹ ਕਿਉਂ ਬਣਾ ਰਹੇ ਹੋ? ਉਹ ਹੱਸ ਪਿਆ ਤੇ ਕਹਿਣ ਲੱਗਾ, ਨਿਸ਼ਾਨੀ ਲਾਈ ਹੈ ਕਿ ਆਪਰੇਸ਼ਨ ਇਸ ਲੱਤ ਦਾ ਕਰਨਾ ਹੈ, ਕਿਤੇ ਦੂਜੀ ਦਾ ਨਾ ਹੋ ਜਾਵੇ। ਮੇਰਾ ਤੇ ਸਿਸਟਰ ਦਾ ਹਾਸਾ ਨਿਕਲ ਗਿਆ। ਉਹ ਵੀ ਹੱਸਦਾ ਹੱਸਦਾ ਬਾਹਰ ਚਲਾ ਗਿਆ। ਹੁਣ ਮੈਂ ਮਹਿਸੂਸ ਕਰਦਾ ਸੀ ਕਿ ਆਪਰੇਸ਼ਨ ਮਾਮੂਲੀ ਹੈ। ਉਸ ਰਾਤ ਪਾਣੀ ਤੱਕ ਵੀ ਨਾ ਪੀਤਾ, ਸਵੇਰੇ ਚਾਹ ਵੀ ਨਾ ਪੀਤੀ। 6 ਵਜੇ ਹੀ ਸਿਸਟਰ ਡੈਨੀ ਨੇ ਨਹਾਉਣ ਲਈ ਉਠਾ ਦਿੱਤਾ, ਮੇਰੇ ਕੱਪੜੇ ਲਾਹ ਦਿੱਤੇ, ਇੱਥੋਂ ਤੱਕ ਕਿ ਅੰਡਰਵੇਅਰ ਵੀ ਲਾ ਦਿੱਤਾ। 7 ਵਜੇ ਮੇਰੇ 2 ਟੀਕੇ ਪੁੜੇ ਤੇ ਲਾ ਦਿੱਤੇ ਤੇ ਮੈਨੂੰ ਸ਼ੀਸ਼ਾ ਤੇ ਸ਼ੇਵਰ ਸ਼ੇਵ ਕਰਨ ਲਈ ਦੇ ਦਿੱਤੇ। ਮੈਂ ਸ਼ੇਵ ਕਰਕੇ ਹਟਿਆ ਹੀ ਸੀ ਜਦੋਂ ਮੈਂ ਟੀਕੇ ਦਾ ਅਸਰ ਮਹਿਸੂਸ ਕਰਨ ਲੱਗ ਪਿਆ। ਮੈਨੂੰ ਨੀਂਦ ਆ ਰਹੀ ਸੀ। ਸਿਸਟਰ ਨੇ ਇੱਕ ਫਾਰਮ ਭਰ ਕੇ ਲਿਆਂਦਾ ਕਿ ਇੱਥੇ ਦਸਖਤ ਕਰ ਦਿਓ। ਮੈਂ ਕਿਹਾ, ਕੀ ਹੈ? ਉਹ ਬੋਲੀ, ਤੁਹਾਡੀ ਘੜੀ ਮੈਂ ਜਮ੍ਹਾਂ ਕਰਨੀ ਹੈ। ਮੈਂ ਹੱਸ ਕੇ ਕਿਹਾ, ਇਸ ਤੋਂ ਬਿਨਾਂ ਤੁਸੀਂ ਮੇਰੀ ਘੜੀ ਆਪਣੇ ਪਾਸ ਨਹੀਂ ਰੱਖ ਸਕਦੇ? ਉਹ ਬੋਲੀ, ਇਹ ਤੁਹਾਡੇ ਤੇ ਹੈ। ਮੈਂ ਕਿਹਾ, ਮੈਨੂੰ ਤੁਹਾਡੇ ਤੇ ਪੂਰਾ ਯਕੀਨ ਹੈ। ਇਹ ਲਓ ਘੜੀ, ਸਾਂਭ ਲਓ। ਫਿਰ ਮੇਰੇ ਕੜੇ ਤੇ ਇੱਕ ਪੱਟੀ ਲਪੇਟ ਕੇ ਉਹਨੂੰ ਇੱਕ ਥਾਂ ਬਾਂਹ ਵਿੱਚ ਤੰਗ ਕਰਕੇ ਅੜਾ ਦਿੱਤਾ। ਹੁਣ ਮੈਨੂੰ ਨੀਂਦ ਨੇ ਦੱਬ ਲਿਆ ਤੇ ਮੈਂ ਸੌਂ ਗਿਆ। ਮੈਥੋਂ ਬੋਲ ਨਹੀਂ ਸੀ ਹੁੰਦਾ, ਪਰ ਮਾੜਾ ਜਿਹਾ ਪਤਾ ਹੈ, ਜਦੋਂ ਇੱਕ ਨਰਸ ਤੇ ਇੱਕ ਕਰਮਚਾਰੀ ਨੇ ਮੈਨੂੰ ਰੋੜਨ ਵਾਲੀ ਸਟ੍ਰੈਚਰ ਤੇ ਚੁੱਕ ਕੇ ਪਾਇਆ, ਫਿਰ ਮਾੜਾ ਜਿਹਾ ਇਹ ਮਹਿਸੂਸ ਕੀਤਾ ਜਦੋਂ ਮੇਰੀ ਬਾਂਹ ਤੇ ਇੱਕ ਟੀਕਾ ਲੱਗਾ। ਉਸ ਤੋਂ ਬਾਅਦ ਕੁਝ ਨਹੀਂ ਪਤਾ। ਅੰਗ 8ਵਾਂ। ਮੇਰੇ ਮੂੰਹ ਕੋਲ ਆ ਕੇ ਜੋ ਪਹਿਲਾ ਸ਼ਬਦ ਮੈਨੂੰ ਸੁਣਿਆ ਉਹ ਬਹੁਤ ਪਿਆਰਾ ਸ਼ਬਦ ਪੰਜਾਬੀ ਦਾ ਸੀ। ਉਹ ਸੀ ਵੀਰਾ ਜੀ। ਬੋਲਿਆ ਮੈਥੋਂ ਜਾਂਦਾ ਨਹੀਂ ਸੀ। ਫਿਰ ਥਥਲਾਂਦੀ ਜ਼ੁਬਾਨ ਨਾਲ ਮੈਂ ਪਾਣੀ ਮੰਗਿਆ। ਝੱਟ ਹੀ ਮੈਨੂੰ ਆਪਣੇ ਨੱਕ ਤੇ ਪਲਾਸਟਿਕ ਦਾ ਖੋਖਾ ਜਿਹਾ ਚੜਿਆ ਮਹਿਸੂਸ ਹੋਇਆ। ਮੈਂ ਹੱਥ ਲਾਇਆ, ਉਹਦੇ ਨਾਲ ਇੱਕ ਨਾਲੀ ਸੀ। ਫਿਰ ਕਿਸੇ ਨੇ ਉਤਾਰ ਦਿੱਤਾ ਤੇ ਮੇਰੇ ਮੂੰਹ 'ਚ ਚਮਚੇ ਨਾਲ ਬਰਫ਼ ਦਾ ਇੱਕ ਨਿੱਕਾ ਜਿਹਾ ਪੀਸ ਪਾ ਦਿੱਤਾ। ਬਰਫ਼ ਦੇ ਪੀਸ ਨਾਲ ਮੇਰੇ ਗਲੇ ਦੀ ਖੁਸ਼ਕੀ ਦੂਰ ਹੋ ਗਈ। ਮੈਨੂੰ ਪਹਿਲੀ ਆਵਾਜ਼ ਫੇਰ ਪਈ, ਵੀਰਾ ਜੀ। ਹੁਣ ਮੈਂ ਪਹਿਚਾਨ ਗਿਆ ਸੀ, ਉਹ ਮੇਰਾ ਭਰਾ ਚੇਤਨ ਤੇ ਉਹਦੀ ਪਤਨੀ ਪਰਮਜੀਤ ਸੀ। ਮੈਂ ਹਾਂ ਕਿਹਾ। ਉਹ ਬੋਲਿਆ, ਆਪਰੇਸ਼ਨ ਹੋ ਗਿਆ ਹੈ? ਮੈਂ ਕਿਹਾ, ਪਤਾ ਨਹੀਂ। ਮੈਨੂੰ ਸੱਚਮੁੱਚ ਪਤਾ ਨਹੀਂ ਸੀ। ਉਹਨੇ ਮੇਰੀ ਲੱਤ ਨੰਗੀ ਕਰਕੇ ਵੇਖੀ। ਉਸ 'ਤੇ ਨਵਾਂ ਪਲਸਤਰ ਸੀ। ਮੈਂ ਲੱਤ ਹਿਲਾਉਣ ਦੀ ਕੋਸ਼ਿਸ਼ ਕੀਤੀ। ਮੈਨੂੰ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਸ਼ਿਕੰਜੇ 'ਚ ਕਸੀ ਹੋਵੇ। ਹੁਣ ਮੈਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਆਪਰੇਸ਼ਨ ਹੋ ਗਿਆ। ਮੈਂ ਆਲੇ ਦੁਆਲੇ ਵੇਖਿਆ। ਮੇਰੇ ਬੈੱਡ ਦੇ ਨਾਲ ਹੀ ਆਕਸੀਜਨ ਦਾ, ਬਿਜਲੀ ਨਾਲ ਆਕਸੀਜਨ ਪੈਦਾ ਕਰਨ ਵਾਲਾ ਸਿਲੰਡਰ ਪਿਆ ਸੀ। ਮੈਂ ਆਪਣੇ ਭਰਾ ਨਾਲ ਕੁਝ ਗੱਲਾਂ ਕੀਤੀਆਂ। ਉਹ ਕਹਿਣ ਲੱਗਾ, ਤੁਹਾਨੂੰ ਇਸ ਕਮਰੇ 'ਚ ਕਦੋਂ ਲਿਆਂਦਾ ਸੀ? ਮੈਂ ਕਿਹਾ, ਦਾਖਲ ਹੀ ਇਸ ਕਮਰੇ 'ਚ ਹੋਇਆ ਸੀ। ਉਹਨੇ ਸਮਝਿਆ ਇਹ ਆਪਰੇਸ਼ਨ ਥੀਏਟਰ ਹੈ। ਉਸ ਵਿਚਲੀਆਂ ਲਾਈਟਾਂ, ਆਕਸੀਜਨ ਤੇ ਹੋਰ ਸਮਾਨ ਵੇਖ ਕੇ ਫਿਰ ਉਹਨੇ ਕਿਹਾ, ਮੇਰੀਆਂ ਚਿੱਠੀਆਂ ਦਾ ਪਤਾ ਕਰ ਦੇ। ਜਿੱਥੇ ਮੈਂ ਰਹਿੰਦਾ ਸੀ, ਬਾਹਰ ਗਏ ਨੂੰ ਚਿੱਠੀਆਂ ਦੀ ਬਹੁਤ ਤਾਂਘ ਰਹਿੰਦੀ ਹੈ। ਉਹ ਚਿੱਠੀਆਂ ਲੈਣ ਚਲਾ ਗਿਆ। ਘੰਟੇ ਬਾਅਦ ਆ ਗਿਆ। ਉਹਦੇ ਪਾਸ 3 ਚਿੱਠੀਆਂ ਸੀ। ਇੱਕ ਸਕੂਲ ਦੇ ਪ੍ਰਿੰਸੀਪਲ SP ਖੰਨੇ ਹੋਰਾਂ ਦੀ, ਇੱਕ ਪਤਨੀ ਨਿਰਵੈਰ ਦੀ, ਇੱਕ ਭੂਆ ਜੀ ਦੀ। ਸਭ ਦੇ ਬਾਹਰੋਂ ਨਾਮ ਪੜ੍ਹ ਕੇ ਪ੍ਰਿੰਸੀਪਲ ਜੀ ਦੀ ਚਿੱਠੀ ਖੋਲ੍ਹੀ। ਚਿੱਠੀ ਅੰਗਰੇਜ਼ੀ 'ਚ ਸੀ, ਬਹੁਤ ਪਿਆਰੀ ਤੇ ਉਤਸ਼ਾਹ ਭਰਪੂਰ, ਪਰ ਮੈਂ ਪੂਰੀ ਨਾ ਪੜ੍ਹ ਸਕਿਆ। ਫਿਰ ਦਰਦ ਬਹੁਤ ਮਹਿਸੂਸ ਹੋਈ। ਮੈਂ ਨਰਸ ਨੂੰ ਦੱਸਿਆ। ਉਹਨੇ ਡਾਕਟਰ ਨਾਲ ਫੋਨ ਤੇ ਗੱਲ ਕਰਕੇ ਮੇਰੀ ਨੀਂਦ ਦਾ ਇੱਕ ਹੋਰ ਟੀਕਾ ਲਾ ਦਿੱਤਾ। ਚੇਤਨ ਤੇ ਪਰਮਜੀਤ ਕੁਝ ਰੀਲਾਂ ਹੋਰ ਦੇ ਕੇ ਚਲੇ ਗਏ। ਹੁਣ ਮੈਂ ਫਿਰ ਸੌਂ ਗਿਆ। ਮੇਰੇ ਕਮਰੇ 'ਚ ਹੌਲੀ-ਹੌਲੀ ਕੋਈ ਪੰਜਾਬੀ 'ਚ ਗੱਲਾਂ ਕਰ ਰਿਹਾ ਸੀ। ਜਦੋਂ ਮੈਨੂੰ ਜਾਗ ਆਈ, ਬਾਹਰ ਹਨੇਰਾ ਪੈ ਚੁੱਕਾ ਸੀ। ਨਰਸਾਂ ਨੇ ਖਿੜਕੀਆਂ ਮੂਹਰੇ ਪਰਦੇ ਠੀਕ ਕਰ ਦਿੱਤੇ ਸਨ। ਮੈਨੂੰ ਜਾਗਦਾ ਵੇਖ ਕੇ ਚਾਰੇ ਸਾਥੀ ਮੇਰੇ ਬੈੱਡ ਦੇ ਦੋਵੇਂ ਪਾਸੇ ਮੇਰੇ ਸਿਰਹਾਣੇ ਆ ਕੇ ਖੜ ਗਏ ਤੇ ਮੇਰਾ ਹਾਲ ਪੁੱਛਣ ਲੱਗ ਪਏ। ਇਹਨਾਂ 'ਚ ਇੱਕ ਪਾਕਿਸਤਾਨੀ ਦੋਸਤ ਮਹਿਮੂਦ, ਚੀਮਾ, ਸਤਨਾਮ, ਬਲਬੀਰ ਤੇ ਸ਼ੌਕੀਨ ਹੋਰੀ ਸਨ। ਆਪਰੇਸ਼ਨ ਦਾ ਪੁੱਛਿਆ। ਫਿਰ ਕਿਸੇ ਚੀਜ਼ ਦੀ ਲੋੜ ਪੁੱਛੀ। ਮੈਂ ਕਿਹਾ, ਸਭ ਠੀਕ ਹੈ। ਫਿਰ ਚੀਮਾ ਤੇ ਬਲਬੀਰ ਕਹਿਣ ਲੱਗੇ, ਅਸੀਂ ਤੁਹਾਡੇ ਘਰ ਭੇਜਣ ਲਈ 4,500 ਰੁਪਏ ਦਾ ਡਰਾਫਟ ਬਣਾ ਲਿਆਂਦਾ। ਘਰ ਨੂੰ ਕੁਝ ਲਿਖ ਦਿਓ। ਮੈਂ ਹੈਰਾਨ ਸੀ ਕਿ ਬਲਬੀਰ ਨਾਲ ਮਾੜੀ ਜੀ ਗੱਲ ਕੀਤੀ ਸੀ ਪੈਸੇ ਭੇਜਣ ਦੀ, ਤੇ ਅੱਜ ਡਰਾਫਟ ਵੀ ਬਣਾ ਲਿਆ ਹੈ। ਮੇਰੇ ਪਾਸੋਂ ਕੁਝ 17 ਹੀ ਮਸਾਂ ਲਿਖੀਆਂ ਗਈਆਂ। ਪਤਾ ਨਹੀਂ ਕੀ ਲਿਖਿਆ। ਫਿਰ ਲਿਫਾਫੇ ਤੇ ਮੇਰੇ ਘਰ ਦਾ ਐਡਰੈਸ ਵੀ ਠੀਕ ਸੀ। ਦੇਰ ਸਿਰਫ ਰਜਿਸਟਰੀ ਕਰਾਉਣ ਦੀ ਰਹਿ ਗਈ ਸੀ। ਡਾਕਟਰ ਲਾਈਟਲ, ਡਾਕਟਰ ਡੈਵਲਿਨ, ਕੁਝ ਨਰਸਾਂ ਮੇਰੇ ਕਮਰੇ 'ਚ ਆ ਗਏ। ਡਾਕਟਰ ਲਾਈਟਲ ਨੇ ਮੇਰੇ ਸਾਥੀਆਂ ਤੋਂ ਮਾਫੀ ਮੰਗ ਕੇ ਉਹਨਾਂ ਨੂੰ ਕੁਝ ਸਮੇਂ ਲਈ ਬਾਹਰ ਜਾਣ ਨੂੰ ਕਿਹਾ ਤੇ ਆਪ ਹੱਸ ਕੇ ਕਹਿਣ ਲੱਗਾ, ਗੋਡਾ ਤਾਂ ਅੰਦਰੋਂ ਠੀਕ ਹੈ, ਦਰਦ ਛੇਤੀ ਹਟ ਜਾਏਗੀ, ਫਿਕਰ ਨਾ ਕਰੋ।
ਫਿਰ ਨਰਸਾਂ ਨੂੰ ਕੁਝ ਹਦਾਇਤਾਂ ਕਰਕੇ ਚਲਾ ਗਿਆ। ਮੇਰੇ ਦੋਸਤ ਫੇਰ ਅੰਦਰ ਆ ਗਏ। ਚੀਮਾ ਹੱਸ ਕੇ ਪੁੱਛਣ ਲੱਗਾ, ਸਾਥੋਂ ਚੋਰੀ ਕੀ ਗੱਲ ਕੀਤੀ ਸੀ? ਮੈਂ ਕਿਹਾ, ਕਹਿੰਦਾ ਸੀ ਲੱਤ ਠੀਕ ਹੈ, ਕੋਈ ਨੁਕਸ ਨਹੀਂ। ਚੀਮਾ ਕਹਿਣ ਲੱਗਾ, ਫਿਰ ਆਪਰੇਸ਼ਨ ਕਿਉਂ ਕੀਤਾ? ਅਸੀਂ ਕੁਝ ਡਾਕਟਰ ਦੇ ਵਧੀਆ ਸੁਭਾਅ ਬਾਰੇ ਤੇ ਨਰਸਾਂ ਦੇ ਕੰਮ ਬਾਰੇ ਗੱਲਾਂ ਕਰਦੇ ਰਹੇ। ਅਖੀਰ ਉਹ ਚਲੇ ਗਏ। ਮੈਂ ਪਿਆਸ ਮਹਿਸੂਸ ਕੀਤੀ। ਸ਼ਾਮ ਦੀ ਡਿਊਟੀ ਵਾਲੀਆਂ ਨਰਸਾਂ ਮੋਨਿਕਾ ਤੇ ਕੈਲੀ ਕੈਥੀ ਮੇਰੇ ਪਾਸ ਸਨ। ਉਹ ਬਰਫ਼ ਦੇ ਪੀਸ ਤੇ ਜੂਸ ਮੇਰੇ ਮੂੰਹ 'ਚ ਪਾਈ ਜਾਣ। ਉਹ ਦੋਵੇਂ ਮੇਰੇ ਪਾਸ ਹੀ ਰਹਿਣ। ਮੇਰੇ ਹਾਏ ਕਹਿਣ ਤੇ ਆਖਣ, ਕੀ ਤਕਲੀਫ ਹੈ? ਕੀ ਦਰਦ ਤੇ ਨਹੀਂ ਹੁੰਦੀ? ਕਦੀ ਨੀਂਦ ਦੀਆਂ ਕਦੀ ਦਰਦ ਦੀਆਂ ਗੋਲੀਆਂ ਦੇਈ ਜਾਣ। 7 ਵੱਜ ਚੁੱਕੇ ਸੀ। ਬਾਹਰ ਹਨੇਰਾ ਸੀ। ਰੋਟੀ ਵਾਲੀ ਨਰਸ ਆਈ ਤੇ ਆ ਕੇ ਰੋਟੀ ਬਾਰੇ ਕਿਹਾ। ਮੈਂ ਕਿਹਾ, ਤੁਸੀਂ ਲੇਟ ਹੋ। ਉਹ ਬੋਲੀ, ਮੈਂ ਪਹਿਲੇ 2 ਵਾਰ ਆਈ ਸੀ, ਤੁਸੀਂ ਸੁੱਤੇ ਹੋਏ ਸੀ। ਮੈਂ ਉਹਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਕੁਝ ਨਹੀਂ ਖਾਣਾ, ਮੇਰਾ ਦਿਲ ਨਹੀਂ ਕਰਦਾ। ਉਹ ਬੋਲੀ, ਬਿਲਕੁਲ ਨਹੀਂ, ਥੋੜਾ ਖਾ ਲਓ। ਮੈਂ ਕਿਹਾ, ਨਹੀਂ। ਉਹ ਮਾਯੂਸ ਹੋ ਕੇ ਚਲੀ ਗਈ। ਮੇਰੇ ਲਈ ਕਰੀਮ ਵਾਲਾ ਦੁੱਧ ਤੇ ਚਾਕਲੇਟ 'ਚ ਬਰਾਂਡੀ ਮਿਲਾ ਕੇ ਕੇਕ ਦਾ ਪੀਸ ਲੈ ਕੇ ਆ ਗਈ ਤੇ ਬੋਲੀ, ਲਓ, ਅੱਗੇ ਤੁਸੀਂ ਰੋਜ਼ ਰਾਤ ਨੂੰ ਆਪਣੀ ਮਰਜ਼ੀ ਨਾਲ ਕੌਫੀ ਪੀਂਦੇ ਹੋ, ਅੱਜ ਮੇਰੀ ਮਰਜ਼ੀ ਨਾਲ ਇਹ ਪੀ ਲਓ। ਮੈਂ ਮੁਸਕਰਾ ਕੇ ਉਹਦੀ ਪਸੰਦ ਉਸ ਪਾਸੋਂ ਫੜ ਲਈ। ਉਹ ਕਹਿਣ ਲੱਗੀ, ਬਰਾਂਡੀ ਤਾਂ ਦਰਦ ਕਰਕੇ ਪਾਈ ਹੈ ਤੇ ਇਹ ਸਭ ਇਸ ਲਈ ਲਿਆਂਦਾ ਹੈ ਕਿਉਂਕਿ ਤੁਸੀਂ ਪਿਛਲੇ 24 ਘੰਟੇ ਤੋਂ ਕੁਝ ਨਹੀਂ ਖਾਧਾ। ਇਸ ਤਰ੍ਹਾਂ ਠੀਕ ਨਹੀਂ, ਕੁਝ ਤੇ ਖਾਓਗੇ। ਉਹ 11 ਵਜੇ ਤੱਕ ਮੇਰੇ ਕਮਰੇ 'ਚ ਹੀ ਖੜੀਆਂ ਰਹੀਆਂ। ਮੈਂ ਮਹਿਸੂਸ ਕਰਦਾ ਸੀ ਕਿ ਜੇਕਰ ਉਹਨਾਂ ਦਾ ਵੱਸ ਚੱਲਦਾ, ਉਹ ਮੇਰੀ ਦਰਦ ਪੀ ਜਾਂਦੀਆਂ। ਉਹ ਮੇਰੀ ਮਾਂ ਜਾਈਆਂ ਵਾਂਗ ਹੀ ਮੇਰਾ ਹਰ ਦੁੱਖ ਮਹਿਸੂਸ ਕਰ ਰਹੀਆਂ ਸਨ। 11 ਵਜੇ ਤੋਂ ਪਹਿਲਾਂ ਨਵੀਂ ਡਿਊਟੀ ਵਾਲੀਆਂ ਨਰਸਾਂ ਡੈਨੀ ਤੇ ਰਾਇਨ ਆ ਗਈਆਂ। ਮੇਰਾ ਹਾਲ ਪੁੱਛ ਕੇ ਚਲੀਆਂ ਗਈਆਂ ਤੇ ਫਿਰ ਸਾਰੀ ਰਾਤ ਮੇਰੇ ਕਮਰੇ ਦੇ ਚੱਕਰ ਲਾਉਂਦੀਆਂ ਰਹੀਆਂ। 12 ਵਜੇ ਮੈਨੂੰ ਨੀਂਦ ਤੇ ਦਰਦ ਦੀਆਂ ਗੋਲੀਆਂ ਦਿੱਤੀਆਂ। ਫਿਰ 5 ਵਜੇ ਚਾਹ ਨਾਲ ਦਰਦ ਦੀਆਂ ਗੋਲੀਆਂ ਦਿੱਤੀਆਂ। ਇਸ ਤਰ੍ਹਾਂ ਆਪਰੇਸ਼ਨ ਵਾਲੀ ਪਹਿਲੀ ਰਾਤ ਲੰਘ ਗਈ। ਸਵੇਰੇ 7 ਵਜੇ ਡਾਕਟਰ ਲਾਈਟਲ ਤੇ ਨਰਸਾਂ ਆ ਗਈਆਂ। ਡਾਕਟਰ ਆਪਣੀ ਆਦਤ ਅਨੁਸਾਰ ਹੱਸਦਾ ਆਇਆ। ਮੇਰੇ ਨਾਲ ਹੱਥ ਮਿਲਾ ਕੇ ਹਾਲ ਪੁੱਛਿਆ। ਮੈਂ ਕਿਹਾ, ਠੀਕ ਨਹੀਂ। ਉਹ ਹੱਸ ਪਿਆ। ਮੇਰੀ ਲੱਤ ਤੋਂ ਕੰਬਲ ਚੁੱਕਿਆ ਤੇ ਬੋਲਿਆ, ਲੱਤ ਬਿਨਾਂ ਹੱਥ ਪਾਏ ਤੋਂ ਉੱਪਰ ਚੁੱਕੋ। ਮੈਥੋਂ ਚੁੱਕੀ ਨਾ ਗਈ। ਉਹਨੇ ਕਿਹਾ, ਕੋਸ਼ਿਸ਼ ਕਰੋ। ਮੈਂ ਬਹੁਤ ਮੁਸ਼ਕਲ ਨਾਲ ਥੋੜੀ ਜਿਹੀ ਉੱਪਰ ਚੁੱਕੀ। ਉਹ ਹੱਸ ਪਿਆ ਤੇ ਕਹਿਣ ਲੱਗਾ, ਇਸ ਤਰ੍ਹਾਂ ਦੇ ਆਪਰੇਸ਼ਨ ਵਾਲੇ ਤਾਂ ਬਹੁਤ ਉੱਪਰ ਚੁੱਕ ਲੈਂਦੇ ਆ। ਕੋਸ਼ਿਸ਼ ਕਰੋ ਚੁੱਕਣ ਦੀ, ਇਹ ਕਸਰਤ ਹੈ ਪੱਠੇ ਮਜ਼ਬੂਤ ਕਰਨ ਲਈ। ਡਾਕਟਰ ਦੇ ਜਾਣ ਤੋਂ ਬਾਅਦ ਕੈਥੀ, ਕੈਲੀ ਤੇ ਮੋਨਿਕਾ ਆ ਗਈਆਂ। ਉਹਨਾਂ ਬੈੱਡ ਤੇ ਹੀ ਤੌਲੀਏ ਨਾਲ ਮੇਰਾ ਸਰੀਰ ਸਾਫ਼ ਕੀਤਾ, ਪਾਊਡਰ ਪਾਇਆ, ਫਿਰ ਸ਼ੇਵ ਕਰਨ ਲਈ ਸ਼ੇਵਰ ਦਿੱਤਾ। ਸ਼ੇਵ ਕਰਕੇ ਹਟਿਆ। ਰੋਟੀ ਵਾਲੀ ਨਰਸ ਬ੍ਰੈਕਫਾਸਟ ਲੈ ਆਈ। ਮੈਂ ਬ੍ਰੈਕਫਾਸਟ ਕਰ ਹਟਿਆ ਤਾਂ ਸਿਸਟਰ ਮੋਨਿਕਾ ਬਰਸ਼ ਕਰਨ ਲਈ ਪਾਣੀ ਤੇ ਖਾਲੀ ਵੱਡਾ ਸਟੀਲ ਦਾ ਕੱਪ ਲੈ ਆਈ ਤੇ ਬੋਲੀ, ਤੁਸੀਂ ਬੈੱਡ ਤੇ ਬਰਸ਼ ਕਰ ਲਓ। ਫਿਰ ਟੇਪ ਤੇ ਮੇਰੀਆਂ ਰੀਲਾਂ 'ਚ ਚੁੱਕ ਕੇ ਇੱਕ ਰੀਲ ਲਾ ਦਿੱਤੀ। ਥੋੜੇ ਚਿਰ ਬਾਅਦ ਕੈਥੀ, ਕੈਲੀ ਆ ਗਈ ਤੇ ਕਹਿਣ ਲੱਗੀ, ਮਿਸਟਰ ਸਿੰਘ, ਤੁਹਾਡੀ ਕੋਈ ਚੀਜ਼ ਵੀ ਸਾਡੇ ਪਾਸ ਹੈ? ਮੈਂ ਕਿਹਾ, ਪਤਾ ਨਹੀਂ, ਉਂਝ ਤੇ ਮੈਂ ਵੀ ਤੁਹਾਡੇ ਪਾਸ ਹੀ ਹਾਂ। ਉਹ ਹੱਸ ਪਈ ਤੇ ਮੇਰੀ ਘੜੀ ਜੇਬ 'ਚੋਂ ਕੱਢ ਕੇ ਟਾਈਮ ਠੀਕ ਕਰਕੇ ਮੇਰੇ ਗੁੱਟ ਤੇ ਲਾ ਦਿੱਤੀ। ਕਹਿਣ ਲੱਗੀ, ਤੁਹਾਡਾ ਬਲੱਡ ਪ੍ਰੈਸ਼ਰ ਵੇਖਣਾ ਹੈ ਤੇ ਨਾਲ ਹੀ ਟੈਂਪਰੇਚਰ ਚੈੱਕ ਕਰਨਾ ਹੈ, ਸੌਣਾ ਨਹੀਂ। ਮੈਂ ਕਿਹਾ, ਠੀਕ ਹੈ। ਉਹਨੇ ਬਲੱਡ ਪ੍ਰੈਸ਼ਰ ਤੇ ਬੁਖਾਰ ਵੇਖਿਆ, ਫਿਰ 5 ਗੋਲੀਆਂ ਤੇ ਦੁੱਧ ਦਾ ਗਲਾਸ ਫੜਾ ਦਿੱਤਾ। ਮੈਂ ਹੱਸ ਪਿਆ। ਇਹ ਸਾਰੀਆਂ ਮੈਂ ਹੀ ਖਾਣੀਆਂ? ਮੈਂ ਕਿਹਾ, ਥੋੜੀਆਂ ਵੰਡ ਲਓ। ਉਹ ਹੱਸ ਕੇ ਬੋਲੀ, ਜੇ ਫਿਰ ਦਰਦ ਦਾ ਕਿਹਾ? ਮੈਂ ਕਿਹਾ, ਚੰਗਾ ਖਾ ਲੈਣਾ, ਪਰ ਇਹ ਹੈਨ ਬਹੁਤ ਜ਼ਿਆਦਾ। ਅੰਗ 9। ਫਿਜ਼ੀਕਲ ਡਾਕਟਰ ਸਕਾਟ, ਜੋ ਪਹਿਲੇ ਦਿਨ ਡਾਕਟਰ ਲਾਈਟਲ ਨਾਲ ਆਇਆ ਸੀ, ਅੱਜ ਫੌੜੀਆਂ ਦੇ ਸਹਾਰੇ ਬੜੀ ਤੇਜ਼ੀ ਨਾਲ ਮੇਰੇ ਕਮਰੇ 'ਚ ਆਇਆ। ਮੈਂ ਹੈਰਾਨ ਸੀ ਕਿ ਇਹ ਆਦਮੀ ਕੱਲ੍ਹ ਚੰਗਾ ਭਲਾ ਸੀ, ਅੱਜ ਕੀ ਹੋ ਗਿਆ? ਉਹ ਹੱਸ ਪਿਆ ਤੇ ਫੌੜੀਆਂ ਰੱਖਦੀਆਂ ਆਖਣ ਲੱਗਾ, ਪਹਿਲੀਆਂ ਫੌੜੀਆਂ ਛੋਟੀਆਂ ਸੀ, ਇਸ ਲਈ ਮੈਂ ਨਵੀਆਂ ਲਿਆਇਆ। ਇਹ ਠੀਕ ਰਹਿਣਗੀਆਂ। ਉਹਨੇ ਮੇਰੀਆਂ ਬਗਲਾਂ ਹੇਠ ਲਾ ਕੇ ਫੌੜੀਆਂ ਮੇਰੇ ਕੱਦ ਦੇ ਅਨੁਸਾਰ ਮੇਚ ਦੀਆਂ ਬਣਾਤੀਆਂ। ਫਿਰ ਮੈਨੂੰ ਤੁਰ ਕੇ ਦੱਸਣ ਲੱਗ ਪਿਆ, ਇਸ ਤਰ੍ਹਾਂ ਤੁਰਨਾ, ਭਾਰ ਹੱਥਾਂ ਤੇ ਪੈਣਾ ਹੈ, ਬਗਲਾਂ ਤੇ ਨਹੀਂ। ਉਸ ਤੋਂ ਬਾਅਦ ਲੱਤ ਦੀਆਂ ਕਈ ਐਕਸਰਸਾਈਜ਼ਾਂ ਕਰਵਾਈਆਂ ਤੇ ਹੱਸਦਾ ਰਿਹਾ। ਸਕਾਟ ਮੈਨੂੰ ਪਹਿਲੀ ਮਿਲਣੀ ਵਿੱਚ ਹੀ ਬਹੁਤ ਖੁਸ਼ ਤਬੀਅਤ ਤੇ ਨਕਲੀਆ ਸੁਭਾਅ ਦਾ ਲੱਗਾ। ਤਰਕਾਲਾਂ ਨੂੰ ਡਾਕਟਰ ਲਾਈਟਲ ਆਇਆ ਤੇ ਹੱਸ ਕੇ ਕਹਿਣ ਲੱਗਾ, ਮਿਸਟਰ ਸਿੰਘ, ਅੱਜ ਤਾਂ ਬਹੁਤ ਖੁਸ਼ ਦਿਸਦਾ ਹੈ। ਲੱਤ ਦੇ ਦਰਦ ਦਾ ਕੀ ਹਾਲ ਹੈ? ਮੈਂ ਕਿਹਾ, ਅੱਗੇ ਨਾਲੋਂ ਚੰਗਾ ਹੈ। ਕਹਿਣ ਲੱਗਾ, ਜ਼ਰਾ ਹੱਥ ਲਾਏ ਤੋਂ ਬਿਨਾਂ ਚੁੱਕ ਤਾਂ। ਮੈਂ ਲੱਤ ਕੱਲ੍ਹ ਨਾਲੋਂ ਵੱਧ ਚੁੱਕ ਦਿੱਤੀ ਤੇ ਉਹ ਬਹੁਤ ਖੁਸ਼ ਹੋਇਆ। ਕਹਿਣ ਲੱਗਾ, ਤੁਰਨਾ ਨਹੀਂ? ਜੇ ਤੁਰਨਾ ਹੈ ਤਾਂ ਸਿਰਫ ਗੁਸਲਖਾਨੇ ਤੱਕ, ਉਹ ਵੀ ਲੱਤ ਤੇ ਭਾਰ ਨਹੀਂ ਦੇਣਾ। ਇਹ ਬਹੁਤ ਜ਼ਰੂਰੀ ਹੈ। ਮੈਨੂੰ ਇੰਝ ਲੱਗਿਆ ਕਿ ਅੱਜ ਉਹ ਆਪਣੀ ਸਫਲਤਾ ਤੇ ਖੁਸ਼ ਹੈ। ਅਗਲੇ ਦਿਨ ਸਵੇਰੇ ਡਾਕਟਰ ਨੇ ਆ ਕੇ ਮੇਰੀ ਲੱਤ ਦੀ ਕਸਰਤ ਕਰਾਈ ਤੇ ਕਿਹਾ, ਘੱਟੋ ਘੱਟ 50 ਵਾਰ ਦਿਨ ਵਿੱਚ ਇਸ ਤਰ੍ਹਾਂ ਕਸਰਤ ਕਰਨੀ। ਉਸ ਤੋਂ ਥੋੜ੍ਹੀ ਦੇਰ ਬਾਅਦ ਸਕਾਟ ਆ ਗਿਆ। ਕਹਿਣ ਲੱਗਾ, ਕਸਰਤ ਕਰਵਾਉਣੀ ਹੈ, ਹਸਾਈ ਜਾਏ ਤੇ ਕਸਰਤ ਕਰਾਈ ਜਾਏ। ਜਦੋਂ ਮੈਂ ਦਰਦ ਬਹੁਤ ਮਹਿਸੂਸ ਕਰਨ ਲੱਗ ਪਿਆ ਤੇ ਆਖਣ ਲੱਗਾ, ਆਰਾਮ ਕਰੋ। ਦੁਪਹਿਰ ਦੇ ਖਾਣੇ ਤੋਂ ਬਾਅਦ 3 ਵਜੇ ਡਾਕਟਰ ਸਕਾਟ ਤੇ ਉਹਦੇ ਹੋਰ ਸੀਨੀਅਰ ਸਾਥੀ ਆ ਗਏ ਤੇ ਕਈ ਕਸਰਤਾਂ ਦੱਸਣ ਲੱਗੇ।
ਮੇਰੀ ਲੱਤ 'ਚ ਅੱਜ ਦਰਦ ਬਹੁਤ ਹੋਣ ਲੱਗ ਪਿਆ ਸੀ। ਥੋੜੀ ਦੇਰ ਬਾਅਦ ਡਾਕਟਰ ਲਾਈਟਲ ਆ ਗਿਆ। ਬੜੇ ਪਿਆਰ ਨਾਲ ਕਹਿਣ ਲੱਗਾ, ਜੇਕਰ ਕੋਈ ਤਕਲੀਫ ਹੋਵੇ ਤਾਂ ਬਟਨ ਦਬਾ ਦੇਣਾ, ਜੋ ਮੇਰੇ ਸਿਰਹਾਣੇ ਹੀ ਲੱਗਾ ਹੋਇਆ ਸੀ। 2 ਨਰਸਾਂ ਸਿਰਫ ਤੇਰੀ ਦੇਖਭਾਲ ਲਈ ਹੀ ਹਨ। ਬੇਸ਼ੱਕ ਦੋਹਾਂ ਕੋਲੋਂ ਡਟ ਕੇ ਕੰਮ ਲੈਣਾ। ਇਸ ਦੇਸ਼ ਨੂੰ ਵੀ ਆਪਣਾ ਹੀ ਦੇਸ਼ ਸਮਝੀ। ਮੇਰਾ ਹੌਸਲਾ ਰੱਖਣ ਲਈ ਕਹਿਣ ਲੱਗਾ ਕਿ ਗੋਡੇ ਵਿੱਚ ਤੇ ਲੱਤ ਦੇ ਕਿਸੇ ਹੋਰ ਇਸ ਵਿੱਚ ਕੋਈ ਨੁਕਸ ਨਹੀਂ। ਪਰ ਉਹਦੇ ਕਹਿਣ ਦੇ ਢੰਗ ਤੋਂ ਇਸ ਤਰ੍ਹਾਂ ਲੱਗਦਾ ਸੀ ਕਿ ਨੁਕਸ ਹੈ, ਤੇ ਨਾਲ ਹੀ ਕਹਿਣ ਲੱਗਾ, ਫਿਕਰ ਨਹੀਂ ਕਰਨਾ, ਤੁਸੀਂ ਜਲਦੀ ਕੰਮ ਕਰਨ ਦੇ ਯੋਗ ਹੋ ਜਾਓਗੇ। ਅਸਲ 'ਚ 2 ਮਹੀਨਿਆਂ 'ਚ ਲੱਤ ਦੇ ਪੱਠੇ ਕਮਜ਼ੋਰ ਹੋ ਗਏ ਸਨ ਤੇ ਲੱਤ ਦੂਜੀ ਲੱਤ ਨਾਲੋਂ ਕਾਫੀ ਪਤਲੀ ਲੱਗਣ ਲੱਗ ਪਈ ਸੀ। ਮੈਂ ਇਸੇ ਕਰਕੇ ਬਹੁਤ ਉਦਾਸ ਸੀ, ਪਰ ਫਿਜ਼ੀਕਲ ਡਾਕਟਰ ਕਈ ਤਰ੍ਹਾਂ ਦੀਆਂ ਕਸਰਤਾਂ ਕਰਾਉਂਦੇ ਰਹਿੰਦੇ ਸਨ ਤਾਂ ਕਿ ਲੱਤ ਦੇ ਪੱਠੇ ਫੇਰ ਕੰਮ ਕਰਨ ਲੱਗ ਪੈਣ। ਅਗਲੇ ਦਿਨ ਡਾਕਟਰ ਲਾਈਟਲ ਆਇਆ ਤੇ ਨਰਸਾਂ ਨੂੰ ਸਖਤ ਹਦਾਇਤਾਂ ਕਰਕੇ ਗਿਆ ਕਿ ਮਿਸਟਰ ਸਿੰਘ ਦੀ ਕਸਰਤ ਕਰਨ 'ਚ ਮਦਦ ਕਰਿਆ ਕਰੋ ਤੇ ਹਰ ਘੰਟੇ ਬਾਅਦ ਆਪ ਕੋਲ ਖੜ ਕੇ 20 ਵਾਰ ਲੱਤ ਨੂੰ ਉੱਪਰ ਚੁਕਵਾਓ ਤੇ ਥੱਲੇ ਕਰੋ। ਇਸ 'ਚ ਨਾਗਾ ਨਹੀਂ ਪੈਣਾ ਚਾਹੀਦਾ। ਸਿਸਟਰ ਡੈਲੀ ਕਾਸਟਲੀ ਦੀ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਡਿਊਟੀ ਸੀ। ਬੜੇ ਛੋਟੇ ਜਿਹੇ ਕੱਦ ਦੀ, ਚਿਹਰਾ ਹਸਮੁਖ ਬੱਚਿਆਂ ਵਰਗਾ 1 ਘੰਟੇ ਬਾਅਦ ਆ ਜਾਇਆ ਕਰੇ ਤੇ ਆਖੇ, ਮਿਸਟਰ ਸਿੰਘ ਆਪਣੀ ਐਕਸਰਸਾਈਜ਼ ਸ਼ੁਰੂ ਕਰੋ। ਕਸਰਤ ਕਰਨ ਨਾਲ ਮੇਰੀ ਲੱਤ 'ਚ ਦਰਦ ਹੋਣ ਲੱਗ ਪਈ, ਸੋ ਮਸਾਂ 20 ਵਾਰ ਲੱਤ ਹੇਠਾਂ ਉੱਪਰ ਕਰਾਂ। ਕਈ ਵਾਰ ਜੇ ਗਿਣਤੀ 15 ਹੋ ਜਾਏ ਤਾਂ ਜਾਣਬੁੱਝ ਕੇ ਮੈਨੂੰ ਹਸਾਉਣ ਲਈ 10 ਕਹਿ ਦਿਆ ਕਰੇ। ਜੇਕਰ ਮੈਂ ਕਹਾਂ ਗਲਤ ਹੈ ਤਾਂ ਇੱਕ ਬੜੇ ਪਿਆਰੇ ਤੇ ਲਾਡਲੇ ਬੱਚੇ ਵਾਂਗ ਆਪਣੀਆਂ ਢਾਕਾਂ ਦੇ ਹੱਥ ਰੱਖ ਕੇ ਹੁਕਮੀ ਢੰਗ ਨਾਲ ਕਹੇ, ਮੈਂ ਬੌਸ ਹਾਂ, ਜੋ ਮੈਂ ਕਹਾਂ ਉਹ ਕਰਨਾ ਪਏਗਾ। ਉਸ ਦੇ ਬਾਅਦ ਉਹਦੀ ਛੇੜੀ ਬੌਸ ਪਾ ਦਿੱਤੀ। ਉਹਦੀ ਡਿਊਟੀ 3 ਵਜੇ ਖਤਮ ਹੋਈ ਸੀ ਤੇ ਅਗਲੀ ਕਸਰਤ 3:15 ਵਜੇ ਹੋਣੀ ਸੀ। ਮੈਂ ਕਿਹਾ, ਚੰਗਾ ਤੂੰ ਚਲੀ ਗਈ ਤਾਂ ਮੈਂ ਸਿਸਟਰ ਕੈਲੀ ਨੂੰ ਕਹਿ ਕੇ ਕਸਰਤ ਲੇਟ ਕਰਾਂਗਾ। ਉਹ ਆਕੜ ਕੇ ਬੋਲੀ ਹਾਸੇ 'ਚ ਹੀ, ਮੈਂ 3:15 ਵਜੇ ਕਸਰਤ ਕਰਾ ਕੇ ਹੀ ਜਾਵਾਂਗੀ। ਉਹ ਸੱਚੀ ਮੁੱਚੀ 3:15 ਵਜੇ ਆ ਗਈ ਤੇ ਕਹਿਣ ਲੱਗੀ, ਮਿਸਟਰ ਸਿੰਘ ਕਸਰਤ ਸ਼ੁਰੂ ਕਰੋ। ਸਿਸਟਰ ਕੈਲੀ ਜੋ ਕਸਰਤ ਕਰਾਉਣ ਹੀ ਲੱਗੀ ਸੀ, ਉਹਨੂੰ ਕਹਿਣ ਲੱਗੀ, ਤੁਸੀਂ ਕੋਈ ਹੋਰ ਕੰਮ ਕਰ ਲਓ, ਕਸਰਤ ਮੈਂ ਕਰਵਾਉਣੀ ਹੈ। ਕਸਰਤ ਕਰਨ ਤੋਂ ਬਾਅਦ ਮੈਂ ਬਹੁਤ ਦਰਦ ਮਹਿਸੂਸ ਕੀਤੀ। ਉਹਨੇ ਬੱਚਿਆਂ ਵਾਂਗ ਬੜੀ ਮਾਸੂਮ ਤੇ ਤਰਸ ਭਰੀ ਨਿਗਾਹ ਨਾਲ ਮੇਰੇ ਵੱਲ ਦੇਖਿਆ ਤੇ ਬੋਲੀ, ਮਿਸਟਰ ਸਿੰਘ ਮੈਂ ਸਮਝਦੀ ਹਾਂ ਕਿ ਤੁਹਾਨੂੰ ਬਹੁਤ ਦਰਦ ਹੈ, ਪਰ ਇਸ ਸਦਾ ਦੀ ਤਕਲੀਫ ਨੂੰ ਦੂਰ ਕਰਨ ਦਾ ਡਾਕਟਰ ਲਾਈਟਲ ਦੇ ਕਹਿਣ ਅਨੁਸਾਰ ਇਹੋ ਹੀ ਤਰੀਕਾ ਹੈ। ਮੈਂ ਸੱਚੀ ਮੁੱਚੀ ਤੁਹਾਡੇ ਦੁੱਖ ਨੂੰ ਸਮਝਦੀ ਹਾਂ। ਮਖੌਲ ਤਾਂ ਸਿਰਫ ਇਸ ਲਈ ਕਰਦੀ ਹਾਂ ਕਿ ਤੁਹਾਡਾ ਧਿਆਨ ਦੁੱਖ ਵੱਲੋਂ ਹਟਾ ਕੇ ਕਿਸੇ ਹੋਰ ਪਾਸੇ ਲਾ ਸਕਾਂ। ਸਿਸਟਰ ਕੈਲੀ ਨੇ ਵੀ ਹਾਸੇ ਮਖੌਲ ਕਰਦਿਆਂ ਕਸਰਤ ਕਰਵਾਉਣ ਦਾ ਕੰਮ ਜਾਰੀ ਰੱਖਿਆ। ਮੈਂ ਹਾਸੇ 'ਚ ਕੈਲੀ ਨੂੰ ਕਿਹਾ ਕਿ ਤੁਸੀਂ ਸੌਣਾ ਕਦੋਂ ਹੈ। ਮੇਰਾ ਵੀ ਭਾਵ ਸੀ ਕਿ ਜਦੋਂ ਸੌਂ ਜਾਏਗੀ ਤੇ ਕਸਰਤ ਦਾ ਕੰਮ ਆਪੇ ਹਟ ਜਾਏਗਾ। ਉਹ ਮੇਰੇ ਪੁੱਛਣ ਦਾ ਭਾਵ ਝੱਟ ਸਮਝ ਗਈ ਤੇ ਬੋਲੀ, 11 ਵਜੇ ਤੁਹਾਨੂੰ ਆਖਰੀ ਕਸਰਤ ਕਰਵਾ ਕੇ ਜਾਵਾਂਗੀ। ਅਗਲੇ ਦਿਨ ਸਵੇਰੇ ਮੈਂ 5:30 ਵਜੇ ਚਾਹ ਦਾ ਕੱਪ ਪੀਤਾ ਤੇ ਫਿਰ ਸੌਂ ਗਿਆ। 7 ਵਜੇ ਮੇਰੇ ਕੰਨਾਂ ਕੋਲ ਆ ਕੇ ਕਿਸੇ ਨੇ ਕਿਹਾ, ਗੁੱਡ ਮਾਰਨਿੰਗ ਸਿੰਘ। ਆਵਾਜ਼ਾਂ 2 ਸਨ। ਮੈਂ ਅੱਖਾਂ ਮਲਦਾ ਉੱਠਿਆ ਤੇ ਵੇਖਿਆ ਡੈਲੀ ਕੈਸਟਲੀ ਤੇ ਕੈਲੀ ਦੋਵੇਂ ਮੇਰੇ ਸਰਾਣੇ ਖੜੀਆਂ ਸੀ, ਟੈਂਪਰੇਚਰ ਤੇ ਬਲੱਡ ਪ੍ਰੈਸ਼ਰ ਵੇਖਣ ਲਈ। ਮੈਂ ਦੋਵਾਂ ਵੱਲ ਦੇਖ ਕੇ ਹੱਸ ਕੇ ਕਿਹਾ, ਅੱਜ ਤਾਂ ਸਵੇਰੇ ਸਵੇਰੇ ਹੀ 2 ਬੌਸ ਆ ਗਏ। ਅੱਜ ਮੇਰੀ ਖੈਰ ਨਹੀਂ। ਉਹ ਖਿੜਖਿੜਾ ਕੇ ਹੱਸ ਪਈਆਂ, ਕਹਿਣ ਲੱਗੀਆਂ, ਅੱਜ ਹਰ ਇੱਕ ਬੌਸ ਘੰਟੇ 'ਚ 20 ਵਾਰ ਕਸਰਤ ਕਰਵਾਏਗਾ। ਮੈਂ ਕਿਹਾ, ਚੰਗਾ ਕੋਈ ਨਹੀਂ, ਦੇਖੀ ਜਾਏਗੀ। ਕਰਨੀ ਤਾਂ ਮੈਂ ਹੀ ਹੈ। ਜੇਕਰ ਮੈਂ ਇੱਕ ਵਾਰੀ ਵੀ ਨਾ ਕੀਤੀ ਤਾਂ ਤੁਸੀਂ ਮੇਰਾ ਕੀ ਵਿਗਾੜ ਲਓਗੇ। ਉਹ ਫਿਰ ਹੱਸ ਪਈਆਂ ਤੇ ਕਹਿਣ ਲੱਗੀਆਂ, 20 ਵਾਰ ਹੀ ਕਸਰਤ ਕਰਨੀ ਹੋਏਗੀ। ਉਹਨਾਂ ਦੀ ਡਿਊਟੀ 3 ਵਜੇ ਬਦਲ ਗਈ। ਉਸ ਤੋਂ ਬਾਅਦ ਸਿਸਟਰ ਰਾਇਨ ਤੇ ਕੋਲ ਆ ਗਈਆਂ। ਕਸਰਤ ਕਰਾਉਣ ਦੀ ਡਿਊਟੀ ਕੋਲ ਦੀ ਲੱਗ ਗਈ। 19 ਵਾਰ ਕਸਰਤ ਕਰਾਉਣ ਤੋਂ ਬਾਅਦ 20ਵੀਂ ਵਾਰ ਉਹ ਆਖਦੀ ਕਿ ਪੈਰ ਮੇਰੇ ਹੱਥ ਨੂੰ ਲਾ, ਤਾਂ ਭਲਾ ਜਿੱਥੋਂ ਤੱਕ ਮੈਂ 19 ਵਾਰ ਪੈਰ ਚੁੱਕਿਆ ਹੁੰਦਾ ਸੀ, ਉਹ ਆਪਣਾ ਹੱਥ ਉਸ ਤੋਂ ਉੱਪਰ ਚੁੱਕ ਲੈਂਦੀ। ਇਸ ਤਰ੍ਹਾਂ ਉਹ ਹਾਸੇ ਵਿੱਚ ਹੀ ਐਕਸਰਸਾਈਜ਼ ਦਾ ਪਤਾ ਹੀ ਨਾ ਲੱਗਣ ਦਿੰਦੀ। ਸ਼ਾਮ ਨੂੰ ਡਾਕਟਰ ਲਾਈਟਲ ਨੇ ਆ ਕੇ ਪੱਟੀ ਤੇ ਰੈਡੀਮੇਡ ਪਲਸਤਰ ਖੋਲ੍ਹਿਆ। ਹੇਠਾਂ ਪਲਸਤਰ ਦੇ ਟਾਂਕੇ ਵੇਖੇ। ਜ਼ਖਮ ਦੋਵੇਂ ਠੀਕ ਸਨ। ਸਿਸਟਰ ਰਾਇਨ ਨੂੰ ਹਦਾਇਤ ਕੀਤੀ ਕਿ ਜ਼ਖਮ ਨੂੰ ਸਾਫ਼ ਕਰਕੇ ਪੱਟੀ ਕਰ ਦਿਓ ਤੇ ਮੁੜ ਪਲਸਤਰ ਲਗਾ ਦਿਓ, ਤੇ ਮੈਨੂੰ ਕਿਹਾ ਕਿ ਕੋਈ ਫਿਕਰ ਦੀ ਗੱਲ ਨਹੀਂ, ਛੇਤੀ ਠੀਕ ਹੋ ਜਾਏਗਾ। 4 ਵਜੇ ਦੇ ਕਰੀਬ ਮੇਰਾ ਛੋਟਾ ਭਰਾ ਚਰਨ ਤੇ ਰਿਸ਼ਤੇਦਾਰ ਤੀਰਤ ਤੇ ਗੁਰਮੇਲ ਦੇਖਣ ਆਏ। ਉਹਨੇ ਆ ਕੇ ਹਾਲ ਚਾਲ ਪੁੱਛਿਆ ਤੇ ਚੇਤਨ ਤੇ ਗਿਲਾ ਕੀਤਾ ਕਿ ਆਉਣ ਲੱਗਾ ਸਾਨੂੰ ਦੱਸ ਕੇ ਨਹੀਂ ਆਇਆ। ਚਰਨ ਤਨੇ ਲੱਤ ਤੋਂ ਕੰਬਲ ਚੁੱਕ ਕੇ ਵੇਖਿਆ। ਜਦੋਂ ਉਸਨੂੰ ਮੈਂ ਦੱਸਿਆ ਕਿ ਲੱਤ ਸੁੱਕ ਗਈ ਤਾਂ ਇਹ ਸੁਣ ਕੇ ਸਭ ਦੇ ਚਿਹਰੇ ਉਤਰ ਗਏ। ਚਰਨ ਦੀਆਂ ਅੱਖਾਂ 'ਚ ਅੱਥਰੂ ਆ ਗਏ। ਕਾਫੀ ਸਮਾਂ ਕਮਰੇ 'ਚ ਉਦਾਸੀ ਭਰੀ ਚੁੱਪ ਛਾਈ ਰਹੀ। ਚਰਨ ਵੱਲ ਵੇਖ ਕੇ ਮੇਰਾ ਮਨ ਹੋਰ ਵੀ ਉਦਾਸ ਹੋ ਗਿਆ ਤੇ ਅਖੀਰ 'ਚ ਤੀਰਤ ਨੇ ਚੁੱਪ ਨੂੰ ਤੋੜਦਿਆਂ ਕਿਹਾ ਕਿ ਕੋਈ ਨਹੀਂ ਭਾਜੀ, ਕਸਰਤ ਨਾਲ ਠੀਕ ਹੋ ਜਾਏਗੀ। ਮੈਨੂੰ ਜਾਪਿਆ ਤੀਰਤ ਨੇ ਇਹ ਗੱਲ ਚਰਨ ਤੇ ਮੇਰੀ ਉਦਾਸੀ ਨੂੰ ਦੂਰ ਕਰਨ ਲਈ ਆਖੀ ਸੀ।
ਫਿਰ ਜਿਸ ਵੇਲੇ ਮੁੜਨ ਲੱਗੇ ਤਾਂ ਚਰਨ ਦੀਆਂ ਅੱਖਾਂ 'ਚ ਉਸ ਵੇਲੇ ਵੀ ਅਥਰੂ ਸੀ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਹੋਰ ਵੀ ਉਦਾਸ ਹੋ ਗਿਆ। ਰਾਤ ਬਹੁਤ ਦੇਰ ਤੱਕ ਨੀਂਦ ਨਾ ਆਈ। ਮੇਰੀ ਪਰੇਸ਼ਾਨੀ ਦੇਖਦਿਆਂ ਹੋਇਆਂ ਸਿਸਟਰ ਕੋਲ ਨੇ ਪਰੇਸ਼ਾਨੀ ਦਾ ਕਾਰਨ ਪੁੱਛਿਆ ਤੇ ਨੀਂਦ ਦੀ ਗੋਲੀ ਦੇ ਦਿੱਤੀ। ਅਗਲੇ ਦਿਨ ਐਤਵਾਰ ਦਾ ਦਿਨ ਸੀ। ਸਵੇਰੇ ਡੈਲੀ ਕਾਸਟਲੀ ਤੇ ਸਿਸਟਰ ਰਾਇਨ ਦੀ ਡਿਊਟੀ ਸੀ। ਡੈਲੀ ਕਾਸਟਲੀ ਨੇ ਨਾਸ਼ਤੇ ਤੋਂ ਬਾਅਦ ਕਸਰਤ ਕਰਵਾਈ। ਅੱਜ ਦੁਪਹਿਰ ਤੱਕ ਕਸਰਤ ਕਰਨ ਨਾਲ ਹੁਣ ਲੱਤ ਜ਼ਿਆਦਾ ਦੁਖਣ ਲੱਗ ਪਈ। ਡੈਲੀ ਕਾਸਟਲੀ ਇਹ ਸਮਝਦੀ ਸੀ ਕਿ ਡਾਕਟਰ ਦੀਆਂ ਹਦਾਇਤਾਂ ਅਨੁਸਾਰ ਉਹਨੂੰ ਇਹ ਡਿਊਟੀ ਕਰਨੀ ਹੀ ਪੈਣੀ ਸੀ। ਸ਼ਾਮ ਨੂੰ ਜਦ ਉਹਦੀ ਥਾਂ ਤੇ ਸਿਸਟਰ ਕੈਲੀ ਆਈ ਤਾਂ ਉਹਨੇ ਕੈਲੀ ਨੂੰ ਸਭ ਕੁਝ ਦੱਸ ਦਿੱਤਾ। ਮੈਂ ਬਹੁਤ ਦਰਦ ਮਹਿਸੂਸ ਕਰ ਰਿਹਾ ਸੀ ਤੇ ਮੇਰਾ ਮਨ ਬਹੁਤ ਉਦਾਸ ਸੀ। ਕੈਲੀ ਨੇ ਕਸਰਤ ਕਰਨ ਲਈ ਕਿਹਾ। ਮੈਂ ਉਦਾਸ ਮਨ ਨਾਲ ਤੇ ਦਰਦ ਮਹਿਸੂਸ ਕਰਦਿਆਂ ਹੋਇਆਂ ਬਿਨਾਂ ਉਸ ਨਾਲ ਕੋਈ ਗੱਲ ਕੀਤਿਆਂ ਉੱਠ ਬੈਠਾ। ਕੈਲੀ ਨੇ ਮੇਰਾ ਮਨ ਦੂਸਰੇ ਪਾਸੇ ਲਾਉਣ ਲਈ ਕਿਹਾ, ਤੁਸੀਂ ਮੇਰਾ ਧੰਨਵਾਦ ਨਹੀਂ ਕੀਤਾ। ਮੈਂ ਬੌਸ ਹਾਂ, ਤੁਹਾਡੀ ਕੀ ਸਲਾਹ ਹੈ? ਮੈਂ ਕਿਹਾ, ਮੇਰੀ ਸਲਾਹ ਹੈ ਤੁਸੀਂ ਮੇਰੀ ਲੱਤ ਕੱਟ ਦਿਓ। ਮੈਂ ਬਹੁਤ ਦੁਖੀ ਸੀ। ਉਹ ਵੀ ਕੁਝ ਉਦਾਸ ਹੋ ਗਈ ਤੇ ਮੇਰਾ ਰੈਡੀਮੇਡ ਪਲਸਤਰ ਖੋਲ ਕੇ ਠੀਕ ਕਰਕੇ ਦੁਬਾਰਾ ਬੰਨ੍ਹ ਦਿੱਤਾ। ਉਹਦਾ ਖਿਆਲ ਸੀ ਕਿ ਸ਼ਾਇਦ ਅੱਗੇ ਪਿੱਛੇ ਨਾ ਹੋ ਗਿਆ ਹੋਵੇ, ਪਰ ਉਹ ਠੀਕ ਸੀ। ਸ਼ਾਮ ਦੇ ਖਾਣੇ ਵੇਲੇ ਮੈਂ ਉਹਨੂੰ ਬੱਤੀ ਜਗਾਉਣ ਬਾਰੇ ਕਿਹਾ ਤੇ ਉਹ ਹੱਸ ਕੇ ਕਹਿਣ ਲੱਗੀ, ਅੱਜ ਦੇ ਖਾਣੇ 'ਚ ਕੀ ਖਾ ਰਹੇ ਹੋ? ਤੇ ਮੈਂ ਕਿਹਾ, ਕੁਝ ਵੀ ਨਹੀਂ। ਉਹ ਫਿਰ ਹੈਰਾਨੀ ਨਾਲ ਬੋਲੀ ਕਿ ਪੀਜ਼ਾ ਤੇ ਅੰਡਾ ਵੀ ਬਹੁਤ ਵਧੀਆ ਬਣਿਆ, ਥੋੜਾ ਜ਼ਰੂਰ ਖਾਓ, ਇਸ ਤਰ੍ਹਾਂ ਠੀਕ ਨਹੀਂ। ਮੈਨੂੰ ਉਹਦੀ ਇਸ ਅਪਣੱਤ ਨੇ ਹੋਰ ਵੀ ਉਦਾਸ ਕਰ ਦਿੱਤਾ ਤੇ ਮੈਂ ਸੋਚ ਰਿਹਾ ਸੀ ਕਿ ਇਹ ਲੋਕ ਮੇਰੇ ਕੀ ਲੱਗਦੇ ਨੇ ਜੋ ਇੰਨੀ ਹਮਦਰਦੀ ਤੇ ਪਿਆਰ ਕਰਦੇ ਹਨ। ਤੇ ਫਿਰ ਆਪ ਹੀ ਇਸ ਪਾਸੇ ਸੋਚਣ ਲੱਗ ਪਿਆ ਕਿ ਸਹੀ ਅਰਥਾਂ 'ਚ ਮਨੁੱਖਤਾ 'ਚ ਵਿਸ਼ਵਾਸ ਰੱਖਦੇ ਹਨ, ਖੂਨ ਦੇ ਰਿਸ਼ਤਿਆਂ 'ਚ ਨਹੀਂ। ਰਾਤ ਸੌਣ ਤੋਂ ਪਹਿਲਾਂ ਦੀ ਕਸਰਤ ਕਰਵਾਉਣ ਲਈ ਸਿਸਟਰ ਕੈਲੀ ਤੇ ਕੋਲ ਦੋਵੇਂ ਆ ਗਈਆਂ ਤੇ ਕਹਿਣ ਲੱਗੀਆਂ, ਮਿਸਟਰ ਸਿੰਘ, ਅਸੀਂ 40 ਵਾਰ ਕਸਰਤ ਕਰਾਂਗੀਆਂ ਕਿਉਂਕਿ ਅਸੀਂ ਬਿਲਕੁਲ ਠੀਕ ਹਾਂ ਤੇ ਤੁਸੀਂ 20 ਵਾਰ ਕਸਰਤ ਕਰੋ। ਮੈਂ ਬੜਾ ਔਖਾ ਹੋ ਕੇ 20 ਵਾਰ ਕਸਰਤ ਕੀਤੀ ਤੇ ਫਿਰ ਸੌਣ ਲਈ ਕਿਹਾ। ਕੈਲੀ ਕਹਿਣ ਲੱਗੀ, ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਕਰੋ ਫਿਰ ਸੌਂ ਜਾਣਾ। ਉਹਦਾ ਭਾਵ ਸੀ ਕਿ ਜੋ ਦਵਾਈ ਮੈਨੂੰ ਸੌਣ ਤੋਂ ਪਹਿਲਾਂ ਦੇਣੀ ਸੀ ਉਸ 'ਚ ਹਾਲੇ ਕੁਝ ਸਮਾਂ ਬਾਕੀ ਸੀ। ਮੈਨੂੰ ਆਰੇ ਲਾਉਣ ਲਈ ਉਹਨੇ ਬੜੇ ਪਿਆਰੇ ਢੰਗ ਨਾਲ ਆਪਣੇ ਮਾਂ-ਬਾਪ ਬਾਰੇ, ਆਪਣੇ ਘਰ ਵਾਲੇ ਬਾਰੇ ਤੇ ਆਪਣੇ ਬੱਚਿਆਂ ਬਾਰੇ ਗੱਲਾਂ ਸੁਣਾਈਆਂ। ਅੰਤ ਵਿੱਚ ਮੇਰੇ ਮਨ ਦੇ ਬੋਝ ਨੂੰ ਘਟਾਉਣ ਲਈ ਕਹਿਣ ਲੱਗੇ, ਮਿਸਟਰ ਸਿੰਘ, ਖੂਨ ਦੇ ਰਿਸ਼ਤੇ ਤਾਂ ਹੋ ਜਾਂਦੇ ਹਨ ਪਰ ਅਸਲ ਰਿਸ਼ਤੇ ਤਾਂ ਮਨੁੱਖੀ ਜ਼ਿੰਦਗੀ ਦੀ ਸਾਂਝ ਦੇ ਹਨ ਜੋ ਕਦੀ ਟੁੱਟਦੇ ਨਹੀਂ। ਅੰਗ 10ਵਾਂ। ਅਗਲੇ ਦਿਨ ਰਾਤ ਨੂੰ ਦਰਦ ਬਹੁਤ ਹੋਈ। ਮੈਂ ਸਾਰੀ ਰਾਤ ਦਰਦ ਕਰਕੇ ਸੌਂ ਨਾ ਸਕਿਆ। ਰਾਤ ਦੀ ਡਿਊਟੀ ਵਾਲੀ ਸਿਸਟਰ ਕਲੇਅਰ ਤੇ ਮੋਨਿਕਾ ਨੇ ਬਹੁਤ ਨੱਠ ਭੱਜ ਕੀਤੀ ਪਰ ਨੀਂਦ ਨਾ ਆਈ। ਸਵੇਰੇ ਸਿਸਟਰ ਕੋਲ ਦੀ ਡਿਊਟੀ ਫੇਰ ਸੀ। ਅੱਜ ਸਵੇਰੇ ਡਾਕਟਰ ਲਾਈਟਲ ਨੇ ਨਹੀਂ ਸੀ ਆਉਣਾ ਕਿਉਂਕਿ ਸੋਮਵਾਰ ਨੂੰ ਆਪਰੇਸ਼ਨ ਦਾ ਦਿਨ ਹੁੰਦਾ ਹੈ। ਸਿਸਟਰ ਕੋਲ ਨੂੰ ਕੱਲ ਦੀ ਲੱਤ ਦੀ ਹਾਲਤ ਦਾ ਪਤਾ ਸੀ। ਉਹਨੇ ਕਸਰਤ ਕਰਨ ਲਈ ਬਿਲਕੁਲ ਨਹੀਂ ਕਿਹਾ। ਕਹਿਣ ਲੱਗੀ, ਡਾਕਟਰ ਨੂੰ ਦੱਸ ਕੇ ਕਸਰਤ ਕਰਾਵਾਂਗੇ। 3 ਵਜੇ ਸਿਸਟਰ ਕੈਲੀ ਤੇ ਰਾਇਨ ਆ ਗਈਆਂ। ਕੈਲੀ ਹਾਸੇ-ਹਾਸੇ 'ਚ ਕਸਰਤ ਕਰਾਉਣ ਲੱਗ ਪਈ ਤੇ ਕਹਿਣ ਲੱਗੀ, ਹੁਣ ਮਸਲ ਠੀਕ ਲੱਗਦੇ ਹਨ। ਸ਼ਾਮ ਨੂੰ 7 ਵਜੇ ਡਾਕਟਰ ਲਾਈਟਲ ਤੇ ਡਾਕਟਰ ਡੈਵਲਿਨ ਦੋਵੇਂ ਆ ਗਏ। ਉਹਨਾਂ ਨਾਲ ਕੈਲੀ ਸੀ। ਕੈਲੀ ਨੇ ਦੱਸਿਆ ਕਿ ਦਰਦ ਬਹੁਤ ਹੁੰਦੀ ਹੈ। ਉਹਦਾ ਦੱਸਣ ਦਾ ਢੰਗ ਇਸ ਤਰ੍ਹਾਂ ਸੀ ਜਿਵੇਂ ਉਹ ਮੇਰੀ ਦਰਦ ਨੂੰ ਆਪ ਮਹਿਸੂਸ ਕਰਦੀ ਹੋਵੇ। ਡਾਕਟਰ ਨੇ ਦੱਸਿਆ ਕਿ ਪੱਠੇ ਬਹੁਤ ਕਮਜ਼ੋਰ ਹੋ ਗਏ ਹਨ ਜਿਸ ਕਰਕੇ ਲੱਤ ਸੁੱਕ ਗਈ ਹੈ। ਇਹ ਕਸਰਤ ਨਾਲ ਹੀ ਠੀਕ ਹੋਣਗੇ, ਫਿਕਰ ਨਾ ਕਰੋ। ਦਰਦ ਦੂਰ ਕਰਨ ਲਈ ਉਹਨੇ ਰੈਡੀਮੇਡ ਪਲਸਤਰ ਖੋਲ ਦਿੱਤਾ ਤੇ ਫੌੜੀਆਂ ਵੱਲ ਇਸ਼ਾਰਾ ਕਰਕੇ ਜੋ ਮੇਰੇ ਸਿਰਹਾਣੇ ਪਈਆਂ ਸਨ ਹੱਸ ਕੇ ਕਿਹਾ ਕਿ ਇਹਨਾਂ ਨਾਲ ਤੁਰਨ 'ਚ ਕੋਈ ਔਖ ਤਾਂ ਨਹੀਂ ਹੁੰਦੀ। ਮੈਂ ਕਿਹਾ, ਹੁਣ ਮੈਂ ਇਹਨਾਂ ਨਾਲ ਤੁਰਨਾ ਸਿੱਖ ਗਿਆ। ਔਖ ਤੇ ਕੀ, ਇਹ ਮੈਨੂੰ ਆਪਣੇ ਸਰੀਰ ਦਾ ਇੱਕ ਅੰਗ ਜਾਪਣ ਲੱਗ ਪਈਆਂ ਹਨ। ਹੁਣ ਇਹਨਾਂ ਨੂੰ ਛੱਡਣ ਲੱਗਿਆ ਮੈਨੂੰ ਦੁੱਖ ਜ਼ਰੂਰ ਹੋਏਗਾ। ਉਹ ਹੱਸ ਪਿਆ ਤੇ ਕਹਿਣ ਲੱਗਾ, ਇਹਨਾਂ ਨਾਲ ਇੰਨਾ ਪਿਆਰ ਨਾ ਕਰੋ ਤੇ ਨਾਲ ਮਖੌਲੀਆ ਲਹਿਜੇ 'ਚ ਬੋਲਿਆ, ਕਸਰਤ ਅੱਧੇ ਘੰਟੇ 'ਚ 20 ਵਾਰ ਕਰਨੀ ਹੈ, ਘੰਟੇ 'ਚ 20 ਵਾਰ ਨਹੀਂ। ਮੈਂ ਵੀ ਉਸੇ ਹੀ ਅਦਾ 'ਚ ਉੱਤਰ ਦਿੱਤਾ ਤੇ ਕਿਹਾ ਕਿ ਦੂਸਰੀ ਲੱਤ ਨਾਲ ਤਾਂ 15 ਮਿੰਟ ਬਾਅਦ 20 ਵਾਰ ਕਰ ਦਿਆ ਕਰਾਂਗਾ, ਪਰ ਇਸ ਨਾਲ ਘੰਟੇ 'ਚ 20 ਵਾਰ ਹੀ ਹੋਏਗੀ। ਪਏ ਰਹਿਣ ਕਰਕੇ ਸੱਟ ਵਾਲੀ ਲੱਤ ਤੇ ਪੈਰ ਤੇ ਖੁਸ਼ਕੀ ਜੰਮ ਗਈ ਸੀ। ਸਿਸਟਰ ਕੈਲੀ ਜਦੋਂ ਪੈਰ ਸਾਫ਼ ਕਰਨ ਲੱਗੀ ਉਹਦੇ ਹੱਥ ਵਿੱਚ ਇੱਕ ਕਰੀਮ ਸੀ। ਉਹ ਕਰੀਮ ਮੇਰੇ ਪੈਰ ਦੀਆਂ ਤਲੀਆਂ ਤੇ ਉਂਗਲਾਂ ਦੇ ਪੋਟਿਆਂ ਤੇ ਮੱਲਮ ਮਲਣ ਲੱਗ ਪਈ। ਮੈਂ ਹਾਸੇ ਜਿਹੇ ਨਾਲ ਕਿਹਾ ਕਿ ਕੈਲੀ, ਸਾਡੇ ਮੁਲਕ 'ਚ ਭੈਣਾਂ ਤੇ ਧੀਆਂ, ਭਰਾਵਾਂ ਤੇ ਪਿਤਾ ਦੇ ਪੈਰਾਂ ਨੂੰ ਹੱਥ ਨਹੀਂ ਲਾਉਂਦੀਆਂ, ਪਰ ਇਹ ਕੁਝ ਪਿਛਾਂ ਖਿੱਚੂ ਲੋਕਾਂ 'ਚ ਰਿਵਾਜ਼ ਹੈ। ਰਾਇਨ ਤੇ ਕੈਲੀ ਦੇ ਮੂੰਹ ਅੱਡੇ ਰਹਿ ਗਏ। ਕੈਲੀ ਕਹਿਣ ਲੱਗੀ, ਜਿਵੇਂ ਤੁਹਾਡੀ ਲੱਤ ਦੁਖਦੀ ਹੈ ਤੇ ਤੁਹਾਡੇ ਪੈਰ ਖੁਸ਼ਕ ਹੋ ਗਏ ਹਨ, ਤੁਸੀਂ ਆਪ ਸਾਫ਼ ਨਹੀਂ ਕਰ ਸਕਦੇ ਤੇ ਫਿਰ ਮੇਰਾ ਇੱਥੇ ਰਹਿਣ ਦਾ ਕੀ ਲਾਭ ਜੇਕਰ ਮੈਂ ਤੁਹਾਡੇ ਪੈਰ ਹੀ ਸਾਫ਼ ਨਾ ਕਰ ਸਕਾਂ। ਉਹਨੇ ਅਜਿਹੇ ਰਿਵਾਜ ਨੂੰ ਗਾਲ ਕੱਢੀ ਤੇ ਹੱਸ ਕੇ ਬੋਲੀ, ਮਿਸਟਰ ਸਿੰਘ, ਹੁਣ ਤੂੰ ਸਾਡੇ ਬਾਰੇ ਕੁਝ ਲਿਖਣਾ ਵੀ ਹੋਏਗਾ। ਪਹਿਲਾਂ ਤੁਸੀਂ ਦਰਦ ਦੀਆਂ ਗੋਲੀਆਂ ਠੰਡੀ ਕੌਫੀ ਨਾਲ ਲੈ ਲਓ, ਫਿਰ ਲਿਖਣ ਤੋਂ ਬਾਅਦ ਸੌਣ ਦੀਆਂ ਗੋਲੀਆਂ ਸੰਤਰੇ ਦੇ ਜੂਸ ਨਾਲ ਹੀ ਲੈ ਲੈਣੀਆਂ।
ਅੱਜ ਰਾਤ ਦਰਦ ਬਹੁਤ ਹੋਈ। ਅਗਲੇ ਦਿਨ ਸਵੇਰ ਦੇ 3 ਵਜੇ ਤੱਕ ਤੜਫਦਾ ਰਿਹਾ। ਕੋਈ ਹੋਰ ਗੱਲ ਨਾ ਸਮਝ ਕੇ ਸਿਸਟਰ ਨੇ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ। ਸਵੇਰੇ 7:30 ਵਜੇ ਜਾਗ ਆਈ। ਸਿਸਟਰ ਰਾਇਨ ਤੇ ਕੈਲੀ ਦੋਵੇਂ ਡਿਊਟੀ ਦੇ ਸਨ। ਮੈਨੂੰ ਨਹਾਉਣ ਤੋਂ ਬਾਅਦ ਬ੍ਰੇਕਫਾਸਟ ਕਰਵਾਇਆ। ਦਰਦ ਅੱਜ ਬਹੁਤ ਹੋ ਰਹੀ ਸੀ। ਇੰਨੇ ਨੂੰ ਡਾਕਟਰ ਲਾਈਟਲ ਤੇ ਕੁਝ ਹੋਰ ਡਾਕਟਰ ਨਰਸਾਂ ਦਾ ਇੱਕ ਗਰੁੱਪ ਨਾਲ ਲੈ ਕੇ ਆ ਗਿਆ। ਸਿਸਟਰ ਕੈਲੀ ਨੇ ਰਾਤ ਦੇ ਦਰਦ ਦੀ ਰਿਪੋਰਟ ਪਹਿਲਾਂ ਹੀ ਦੇ ਦਿੱਤੀ ਸੀ। ਉਹਨੇ ਆ ਕੇ ਹਾਲ ਪੁੱਛਿਆ। ਮੈਂ ਕਿਹਾ ਠੀਕ ਨਹੀਂ। ਕੁਝ ਚਿਰ ਲਈ ਡਾਕਟਰ ਲਾਈਟਲ ਹੈਰਾਨੀ ਨਾਲ ਸੋਚ ਕੇ ਬੋਲਿਆ ਕਿ ਗੋਡਾ ਵੀ ਠੀਕ ਹੈ, ਆਪਰੇਸ਼ਨ ਵੀ ਠੀਕ ਹੈ, ਇਹ ਸਮਝ ਨਹੀਂ ਆਉਂਦੀ ਦਰਦ ਕਿਉਂ ਹੁੰਦੀ ਹੈ। ਉਹਨੇ ਫਿਜ਼ੀਕਲ ਵਾਲਿਆਂ ਨੂੰ ਚੈੱਕ ਕਰਨ ਲਈ ਕਿਹਾ ਤੇ ਬਾਕੀ ਸਭ ਡਾਕਟਰ ਤੇ ਨਰਸਾਂ ਨੂੰ ਬਾਹਰ ਜਾਣ ਲਈ ਹੁਕਮ ਦਿੱਤਾ। ਬਾਅਦ 'ਚ ਮੈਨੂੰ ਇਕੱਲੇ ਨੂੰ ਕਹਿਣ ਲੱਗਾ, ਮਿਸਟਰ ਸਿੰਘ ਤੇਰੇ ਦਿਮਾਗ 'ਚ ਇਹ ਗੱਲ ਘਰ ਕਰ ਗਈ ਹੈ ਕਿ ਲੱਤ ਠੀਕ ਨਹੀਂ ਹੋਣੀ। ਲੱਤ ਠੀਕ ਹੈ, ਸਿਰਫ ਪੱਠਿਆਂ 'ਚ ਨੁਕਸ ਹੈ। ਸਵੇਰੇ 11 ਵਜੇ ਫਿਜ਼ੀਕਲ ਵਾਲਾ ਮਿਸਟਰ ਸਕਾਟ ਆ ਗਿਆ। ਪਹਿਲਾਂ ਵਾਂਗ ਖੁਸ਼ ਨਹੀਂ ਸੀ। ਆਉਂਦਾ ਹੀ ਕਹਿਣ ਲੱਗਾ, ਮਿਸਟਰ ਸਿੰਘ ਬੜੀ ਮਾੜੀ ਖਬਰ ਸੁਣੀ ਹੈ ਕਿ ਲੱਤ 'ਚ ਦਰਦ ਵੱਧ ਗਈ ਹੈ। ਮੈਂ ਕਿਹਾ ਹਾਂ। ਉਹ ਕੁਝ ਉਦਾਸ ਹੋ ਗਿਆ ਤੇ ਸੋਚਣ ਲੱਗਾ। ਸੋਚ ਕੇ ਥੋੜੇ ਚਿਰ ਬਾਅਦ ਬੋਲਿਆ ਕਿ ਇਹ ਦਰਦ ਕਸਰਤ ਦੀ ਥਕਾਵਟ ਨਾਲ ਵੀ ਵੱਧ ਸਕਦੀ ਹੈ, ਪਰ ਤੁਸੀਂ ਕਸਰਤ ਜ਼ਰੂਰ ਕਰੋ, ਮੈਂ ਤੁਹਾਡੀ ਮਦਦ ਕਰਾਂਗਾ। ਉਹ ਚਲਾ ਗਿਆ। ਉਸ ਤੋਂ ਪਿੱਛੋਂ ਸਿਸਟਰ ਰਾਇਨ ਤੇ ਕੈਲੀ ਨੇ ਵੀ ਪਹਿਲਾਂ ਵਾਂਗ ਕਸਰਤ ਬਾਰੇ ਬਹੁਤ ਵਾਰ ਨਹੀਂ ਕਿਹਾ। ਮੇਰੇ 1-2 ਵਾਰ ਕਹਿਣ ਉੱਤੇ ਉਹਨਾਂ ਕਸਰਤ ਕਰਵਾਈ। ਕਸਰਤ ਕਰਨ ਤੋਂ ਬਾਅਦ ਦਰਦ ਫਿਰ ਉਸੇ ਤਰ੍ਹਾਂ ਸ਼ੁਰੂ ਹੋ ਜਾਏ। ਮੈਨੂੰ ਮਹਿਸੂਸ ਹੋਇਆ ਕਿ ਦੁੱਖ ਘਟਣ ਦੀ ਥਾਂ ਵੱਧ ਰਿਹਾ। 2:45 ਵਜੇ ਸਿਸਟਰ ਕੋਲ ਤੇ ਡੈਲੀ ਕਾਸਟਲੀ ਆ ਗਈਆਂ। ਗੁੱਡ ਈਵਨਿੰਗ ਆਖੀ ਤੇ ਡੈਲੀ ਕਾਸਟਲੀ ਕਹਿਣ ਲੱਗੀ, ਤੁਹਾਡਾ ਬੌਸ ਆ ਗਿਆ, ਇਹਨੂੰ ਸਲੂਟ ਮਾਰੋ। ਮੈਂ ਮੁੱਕੇ ਤੇ ਚਪੇੜ ਦਾ ਇਸ਼ਾਰਾ ਕਰਕੇ ਕਿਹਾ ਕਿ ਇਹਨਾਂ ਦੋਵਾਂ 'ਚੋਂ ਤੁਹਾਡੀ ਪਸੰਦ ਦਾ ਕਿਹੜਾ ਸਲੂਟ ਆ ਉਹ ਅੱਜ ਜਾਏਗਾ। ਉਹ ਖਿੜਖੜਾ ਕੇ ਹੱਸ ਪਈ ਤੇ ਬੋਲੀ, ਕੋਈ ਨਹੀਂ, ਮੈਂ ਕਸਰਤ 'ਚ ਘਾਟਾ ਪੂਰਾ ਕਰ ਲਵਾਂਗੀ। ਪਰ ਕਸਰਤ ਨਾ ਹੋ ਸਕੀ ਕਿਉਂਕਿ ਮੇਰੀ ਲੱਤ ਦਰਦ ਕਰ ਰਹੀ ਸੀ। ਮੈਨੂੰ ਰਾਤ ਦੀ ਚਾਹ ਜਾਂ ਹੋਰ ਕੁਝ ਖਾਣ ਲਈ ਪੁੱਛਿਆ, ਪਰ ਮੈਂ ਦਰਦ ਬਹੁਤ ਮਹਿਸੂਸ ਕਰ ਰਿਹਾ ਸੀ। ਦੁਖੀ ਜਿਹੇ ਮਨ ਨਾਲ ਮੈਂ ਨਾਂਹ ਕਰ ਦਿੱਤੀ। ਸਿਸਟਰ ਕੋਲ ਮੇਰਾ ਮਨ ਹੋਰ ਪਾਸੇ ਲਾਉਣ ਦੇ ਵਿਚਾਰ ਨਾਲ ਬੋਲੀ, ਮਿਸਟਰ ਸਿੰਘ ਜੇਕਰ ਅਸੀਂ ਵਿਆਹੀਆਂ ਨਾ ਹੁੰਦੀਆਂ ਤਾਂ ਤੇਰੇ ਨਾਲ ਵਿਆਹ ਕਰ ਲੈਂਦੀਆਂ। ਤੇ ਮੈਂ ਉਸੇ ਵਿਅੰਗ ਨਾਲ ਉਹਨੂੰ ਕਿਹਾ, ਜੇਕਰ ਮੈਂ ਵਿਆਹਿਆ ਨਾ ਵੀ ਹੁੰਦਾ ਤਾਂ ਵੀ ਤੁਹਾਡੇ ਨਾਲ ਵਿਆਹ ਨਾ ਕਰਵਾਉਂਦਾ। ਉਹ ਦੋਵੇਂ ਫਿਰ ਹੱਸ ਪਈਆਂ। ਕੈਲੀ ਬੋਲੀ, ਕਿਉਂ? ਮੈਂ ਆਪਣਾ ਹਾਸਾ ਮਸੀਂ ਰੋਕਿਆ ਤੇ ਕਹੇ, ਤੁਸੀਂ ਤਾਂ ਮਾਲਕ ਹੋ ਤੇ ਹਰਦਮ ਕਸਰਤਾਂ ਕੌਣ ਕਰਦਾ ਰਹੇਗਾ। ਉਹ ਬਹੁਤ ਹੱਸੀਆਂ। ਇਸ ਤਰ੍ਹਾਂ ਕਮਰੇ 'ਚ ਇੱਕ ਦੁਖੀ ਮਰੀਜ਼ ਦੀ ਹਾਏ ਹਾਏ ਦੀ ਥਾਂ ਕੁਝ ਚਿਰ ਹਾਸਾ ਛਣਕਦਾ ਰਿਹਾ। ਮਿਸਟਰ ਹੈਰੀਸਨ ਇੱਕ 80 ਸਾਲਾਂ ਤੋਂ ਉੱਪਰ ਦੀ ਉਮਰ ਦਾ ਬਜ਼ੁਰਗ ਮਰੀਜ਼ ਸੀ। ਉਹਦਾ ਬੈੱਡ ਮੇਰੇ ਨਾਲ ਦੇ ਅਟੈਚ ਕਮਰੇ 'ਚ ਸੀ। ਉਹਦੀਆਂ ਦੋਵੇਂ ਲੱਤਾਂ ਦੇ ਮਸਲ ਇੰਨੇ ਕਮਜ਼ੋਰ ਹੋ ਗਏ ਸੀ ਕਿ ਉਹ ਖੜਾ ਵੀ ਨਹੀਂ ਸੀ ਹੋ ਸਕਦਾ। ਉਸ ਰਾਤ ਵੀ ਬਹੁਤ ਕਮਜ਼ੋਰ ਸੀ, ਪਰ ਸੀ ਬੜਾ ਸ਼ੁਗਲੀ। ਗੱਲਾਂ 'ਚ ਉਹ ਹਸਾਉਂਦਾ ਹੀ ਰਹਿੰਦਾ। ਡੈਲੀ ਕਾਸਟਨੀ ਦੇ ਕੋਲ ਉਹਨੂੰ ਪੁੱਛਣ ਲੱਗੀਆਂ, ਕੀ ਤੁਹਾਡਾ ਵਿਆਹ ਹੋਇਆ? ਉਹ ਹੱਸ ਕੇ ਬੋਲਿਆ, ਨਹੀਂ, ਗਰਲਫ੍ਰੈਂਡ ਹੈ। ਵਿਆਹ ਲੱਤਾਂ ਠੀਕ ਹੋਣ ਤੋਂ ਬਾਅਦ ਕਰਾਉਣਾ ਹੈ। ਤੇ ਉਹ ਵੀ ਅੱਗੋਂ ਬਿਨਾਂ ਹੱਸੇ ਕਹਿਣ ਲੱਗੀਆਂ, ਅਸੀਂ ਤੈਨੂੰ ਆਪਣਾ ਬॉयਫ੍ਰੈਂਡ ਬਣਾਉਣਾ ਚਾਹੁੰਦੀਆਂ, ਤੈਨੂੰ ਮਨਜ਼ੂਰ ਹੈ? ਮੈਂ ਵਿੱਚੋਂ ਬੋਲ ਪਿਆ। ਮੈਂ ਕਿਹਾ, ਬਾਬਾ ਇਸ ਤਰ੍ਹਾਂ ਹੀ ਨਾ ਕਰੀ। ਉਹ ਹੱਸ ਪਿਆ ਤੇ ਉਹਨੂੰ ਕਹਿਣ ਲੱਗਾ, ਮੈਨੂੰ ਪਤਾ ਹੈ ਜੇਕਰ ਮੈਂ ਤੁਹਾਡੇ ਨਾਲ ਵਿਆਹ ਕਰਾ ਲਿਆ ਤਾਂ ਮੈਨੂੰ 2 ਦਿਨਾਂ 'ਚ ਮਾਰ ਦਿਓਗੀਆਂ। ਦੌੜ ਜਾਓ, ਮੈਨੂੰ ਤੁਹਾਡੇ ਵਰਗੀਆਂ ਵਹੁਟੀਆਂ ਨਹੀਂ ਚਾਹੀਦੀਆਂ। ਤੇ ਉਸ ਤੋਂ ਬਾਅਦ ਕਾਫੀ ਚਿਰ ਤੱਕ ਦੁੱਖ ਨਾਲ ਦੁਖੀ ਮਰੀਜ਼ਾਂ ਦੇ ਕਮਰੇ 'ਚ ਕਾਫੀ ਚਿਰ ਹਾਸੇ ਦੀ ਮਹਿਕ ਆਉਂਦੀ ਰਹੀ। ਅੱਜ ਕਸਰਤ ਘੱਟ ਕਰਨ ਕਰਕੇ ਰਾਤ ਲੱਤ 'ਚ ਦਰਦ ਘੱਟ ਹੋਈ। ਨੀਂਦ ਵੀ ਆ ਗਈ। ਮੈਂ ਸਵੇਰੇ 5 ਵਜੇ ਉੱਠਿਆ, ਚਾਹ ਦਾ ਕੱਪ ਪੀ ਕੇ ਫਿਰ ਸੌਂ ਗਿਆ। 7 ਵਜੇ ਜਾਗ ਆਈ। ਕਮਰਾ ਧੁੱਪ ਨਾਲ ਭਰਿਆ ਪਿਆ ਸੀ। ਮੈਂ ਸਰੀਰ ਸਾਫ਼ ਕੀਤਾ, ਬ੍ਰਸ਼ ਕੀਤਾ, ਫਿਰ ਬ੍ਰੈਕਫਾਸਟ ਕਰਕੇ ਹਟਿਆ ਹੀ ਸੀ ਕਿ ਡਾਕਟਰ ਲਾਈਟਲ ਤੇ ਡੈਵਲਿਨ ਦੋਵੇਂ ਆ ਗਏ। ਲਾਈਟਲ ਹੱਸ ਕੇ ਆਖਣ ਲੱਗਾ, ਮਿਸਟਰ ਸਿੰਘ ਅੱਜ ਤਾਂ ਠੀਕ ਲੱਗਦਾ। ਮੈਂ ਕਿਹਾ, ਹਾਂ, ਅੱਗੇ ਨਾਲੋਂ ਠੀਕ ਆ ਤੇ ਕਸਰਤ ਵੀ ਆਪਣੇ ਢੰਗ ਨਾਲ ਹੋਰ ਕਰਨ ਲੱਗ ਪਿਆ। ਪੈਰ ਉੱਪਰ ਥੱਲੇ 20 ਵਾਰ ਦੀ ਜਗ੍ਹਾ 30 ਵਾਰ ਕੀਤਾ। ਉਹ ਬਹੁਤ ਖੁਸ਼ ਹੋਇਆ। ਅੱਜ ਸਿਸਟਰ ਮੋਨਿਕਾ ਦੀ ਡਿਊਟੀ ਸੀ। ਡਾਕਟਰ ਕਹਿਣ ਲੱਗਾ, ਮਿਸਟਰ ਸਿੰਘ ਨੇ ਕਸਰਤ ਆਪਣੇ ਆਪ ਕਰਨੀ ਹੈ, ਕਿਸੇ ਨੂੰ ਕੋਲ ਨਹੀਂ ਆਉਣ ਦੇਣਾ। ਕੋਲ ਖੜਨ ਨਾਲ ਇਹ ਕਸਰਤ ਨਹੀਂ, ਸਜ਼ਾ ਬਣ ਜਾਂਦੀ ਹੈ। ਅੱਜ ਕਸਰਤ ਕਈ ਵਾਰ ਕੀਤੀ। ਲੱਤ 'ਚ ਦਰਦ ਤਾਂ ਹੁੰਦੀ ਸੀ, ਪਰ ਪਤਾ ਨਹੀਂ ਕਸਰਤ ਦੀ ਥਕਾਵਟ ਕਰਕੇ ਜਾਂ ਆਪਰੇਸ਼ਨ ਦੇ ਜ਼ਖਮਾਂ ਕਰਕੇ। ਅੱਜ ਸਾਰਾ ਦਿਨ ਮੈਂ ਕਸਰਤ ਬਿਨਾਂ ਕਿਸੇ ਦੀ ਸਹਾਇਤਾ ਦੇ ਆਪ ਕਰਦਾ ਰਿਹਾ। 3 ਵਜੇ ਸਿਸਟਰ ਕੋਲ ਤੇ ਡੈਲੀ ਕਾਸਟਲੀ ਡਿਊਟੀ ਤੇ ਆ ਗਈਆਂ। ਗੁੱਡ ਈਵਨਿੰਗ ਆਖਿਆ ਤੇ ਹਾਲ ਪੁੱਛਿਆ, ਪਰ ਮੇਰੇ ਬੋਲਣ ਤੋਂ ਪਹਿਲਾਂ ਹੀ ਕਹਿਣ ਲੱਗੀਆਂ, ਕੁਝ ਠੀਕ ਲੱਗਦਾ ਹੈ। ਮੈਂ ਇਸ ਕਮਰੇ 'ਚ ਇਕੱਲਾ ਪਿਆ ਰਹਿੰਦਾ ਸੀ। ਉਹਨੇ ਮੇਰਾ ਕਮਰਾ ਬਦਲ ਦਿੱਤਾ। ਮੇਰਾ ਬੈੱਡ ਮਿਸਟਰ ਹੈਰੀਸਨ ਤੇ ਉਹਦੇ ਨਾਲ ਇੱਕ ਹੋਰ ਬਜ਼ੁਰਗ ਮਰੀਜ਼ ਸੀ ਉੱਥੇ ਲਾ ਦਿੱਤਾ ਤੇ ਕਿਹਾ, ਮਿਸਟਰ ਸਿੰਘ ਨੂੰ ਇਕੱਲਾ ਇੱਥੇ ਬੋਰ ਹੋ ਜਾਂਦਾ ਹੋਏਗਾ, ਇੱਥੇ ਕਈ ਤਰ੍ਹਾਂ ਦੇ ਯਾਤਰੂਆਂ ਤੇ ਮਰੀਜ਼ਾਂ ਨੂੰ ਦੇਖੀ ਜਾਇਆ ਕਰ, ਦਿਲ ਹੋਰ ਪਾਸੇ ਪਿਆ ਰਹਿੰਦਾ ਹੈ।
ਅੱਜ ਡਾਕਟਰ ਨੇ ਸਵੇਰੇ ਆ ਕੇ ਮੈਨੂੰ ਵੇਖਿਆ ਤੇ ਆਖਿਆ ਕਿ ਕਸਰਤ ਦੇ ਨਾਲ-ਨਾਲ ਫੌੜੀਆਂ ਨਾਲ ਕੁਝ ਗਜ਼ ਤੁਰਿਆ ਵੀ ਕਰੋ। ਮੈਂ ਥੋੜਾ ਤੁਰ ਕੇ ਆਇਆ ਤੇ ਲੱਤ ਦਰਦ ਕਰਨ ਲੱਗ ਪਈ। ਡੇਲੀ ਗਾਸਲੀ ਕਹਿਣ ਲੱਗਾ ਕਿ ਰਾਤ ਦੇ ਖਾਣੇ ਤੱਕ ਕੁਰਸੀ ਤੇ ਬੈਠੋ ਤੇ ਉਸ ਤੋਂ ਬਾਅਦ ਫਿਰ ਤੁਰਨਾ। ਪਰ ਮੈਂ ਖਾਣਾ ਖਾਣ ਤੋਂ ਬਾਅਦ ਤੁਰਨ 'ਚ ਕਾਫੀ ਔਖ ਮਹਿਸੂਸ ਕਰ ਰਿਹਾ ਸੀ। ਮੈਂ ਡੇਲੀ ਗਾਸਲੀ ਨੂੰ ਕਿਹਾ ਕਿ ਮੈਥੋਂ ਨਹੀਂ ਤੁਰਿਆ ਜਾਣਾ। ਉਹ ਬੌਸਾਂ ਵਾਲੇ ਹਸਾਉਣੇ ਹੁਕਮ 'ਚ ਬੋਲੀ, ਮੈਂ ਕੁਝ ਨਹੀਂ ਸੁਣਨਾ, ਬਸ ਤੁਰੋ। ਬਜ਼ੁਰਗ ਹੈਰੀਸਨ ਮੈਨੂੰ ਆਖਣ ਲੱਗਾ, ਇਹਨੇ ਇਸ ਤਰ੍ਹਾਂ ਨਹੀਂ ਮੰਨਣਾ, ਫੌੜੀ ਇਹਦੇ ਸਿਰ 'ਚ ਮਾਰ। ਕਮਰੇ 'ਚ ਹਾਸਾ ਖਿਲਰ ਗਿਆ। ਡੈਲੀ ਗਾਸਲੀ ਹੈਰੀਸਨ ਨੂੰ ਸਲੂਟ ਮਾਰਨ ਗਈ ਤੇ ਬੋਲੀ, ਤੁਸੀਂ ਵੀ ਤੁਰੋ। ਉਹ ਕਹਿਣ ਲੱਗਾ, ਦੌੜ ਜਾ ਇੱਥੋਂ, ਭੂਤ ਨਹੀਂ ਕਿਸੇ ਥਾਂ ਦੀ, ਕਿੱਥੋਂ ਆ ਗਈ। ਉਹ ਖਿੜਖੜਾ ਕੇ ਹੱਸ ਪਈ। ਹੈਰੀਸਨ ਉਹਨੂੰ ਫੇਰ ਕਹਿਣ ਲੱਗਾ, ਪਹਿਲਾਂ ਖਾਣੇ ਵਾਲੀ ਟੇਬਲ ਪਰੇ ਕਰਕੇ ਫਿਰ ਸਟੂਲ ਉੱਤੇ ਮੇਰੇ ਪੈਰ ਠੀਕ ਕਰਕੇ ਰੱਖ। ਦੇਖੀ ਕਿਤੇ ਲੱਤਾਂ ਨਾ ਦੁਖਾ ਦੇਈਂ, ਨਹੀਂ ਤਾਂ ਮੈਂ ਤੈਨੂੰ ਮਾਰ ਦੇਵਾਂਗਾ। ਮੇਰਾ ਕੀ ਆ, ਮੈਂ ਤਾਂ ਅੱਗੇ ਹੀ ਮਰਿਆ ਪਿਆ। ਸਾਰੇ ਫੇਰ ਹੱਸ ਪਏ। ਕੋਲ ਤੇ ਡੈਲੀ ਗਾਸਲੀ ਕਹਿਣ ਲੱਗੀਆਂ, ਜੇਕਰ ਤੇਰੇ ਕਾਬੂ ਆਵਾਂਗੀਆਂ ਤਾਂ ਹੀ ਮਾਰੇਂਗਾ। ਉਹ ਗੰਭੀਰ ਹੋ ਕੇ ਬੋਲਿਆ, ਤੁਹਾਨੂੰ ਕਿਉਂ ਮਾਰਾਂ, ਤੁਸੀਂ ਤੇ ਬਹੁਤ ਚੰਗੀਆਂ ਕੁੜੀਆਂ। ਉਹ ਬੋਲੀਆਂ, ਨਹੀਂ ਵਹੁਟੀਆਂ ਆਖੋ। ਸਾਰੇ ਫੇਰ ਹੱਸ ਪਏ ਤੇ ਹੈਰੀਸਨ ਵੀ ਪੂਰੇ ਜ਼ੋਰ ਨਾਲ ਹੱਸ ਪਿਆ। ਉਹ ਹੈਰੀਸਨ ਨੂੰ ਕਹਿਣ, ਕੁਰਸੀ ਤੇ ਬੈਠੋ। ਉਹ ਕਹੇ, ਮੈਨੂੰ ਬੈੱਡ ਤੇ ਪਾਓ। ਉਹਨੇ ਕਿਹਾ, ਚੰਗਾ, ਚਾਹ ਦਾ ਕੱਪ ਪੀ ਕੇ ਫਿਰ ਬੈੱਡ ਤੇ ਚਲੇ ਜਾਣਾ। ਉਹ ਹਾਸਾ ਰਲੇ ਗੁੱਸੇ ਜਿਹੇ 'ਚ ਬੋਲਿਆ, ਉਂਝ ਹੀ ਆਖੋ ਕਿ ਹਾਲੇ ਬੈੱਡ ਤੇ ਨਹੀਂ ਪਾਉਣਾ, ਚਾਹ ਦਾ ਬਹਾਨਾ ਕਿਉਂ ਕਰਦੀਆਂ। ਤੇ ਫਿਰ ਉਹਨਾਂ ਨੇ ਸਭ ਨੂੰ ਚਾਹ, ਕਾਫੀ, ਲੈਮਨੇਟ ਜੋ ਕਿਸੇ ਮੰਗਿਆ ਦਿੱਤਾ ਤੇ ਗੁੱਡ ਨਾਈਟ ਆਖ ਕੇ ਹਰ ਇੱਕ ਨੂੰ ਉਹਦੇ ਬੈੱਡ ਤੇ ਲਟਾ ਦਿੱਤਾ। ਅੰਗ 11। ਅੱਜ ਰਾਤ ਵੀ ਦਰਦ ਬਹੁਤ ਹੋਈ। ਮੈਂ 1 ਵਜੇ ਤੱਕ ਸੌਂ ਨਾ ਸਕਿਆ। ਅਗਲੇ ਦਿਨ ਡੈਲੀ ਗਾਸਲੀ ਕਹਿਣ ਲੱਗੀ, ਅੱਜ ਨਹਾਉਣਾ ਹੈ। ਮੇਰੀ ਪੱਟੀ ਤੇ ਮੋਮਜਾਮਾ ਲਪੇਟ ਦਿੱਤਾ ਤਾਂ ਕਿ ਪੱਟੀ ਗਿੱਲੀ ਨਾ ਹੋ ਜਾਏ ਤੇ ਮੈਨੂੰ ਗੁਸਲਖਾਨੇ 'ਚ ਨਹਾਉਣ ਦੇ ਸਾਰੇ ਸਮਾਨ ਸਮੇਤ ਛੱਡ ਆਈ। ਅੱਜ ਕੱਪੜੇ ਮੈਂ ਆਪ ਉਤਾਰੇ। ਜਦੋਂ ਨਹਾ ਹਟਿਆ, ਉਹਨੇ ਆ ਕੇ ਮੇਰੇ ਸਰੀਰ ਤੇ ਪਾਊਡਰ ਪਾਇਆ, ਮੈਨੂੰ ਬੈੱਡ ਤੇ ਲਟਾ ਦਿੱਤਾ। ਕੁਝ ਸਮੇਂ ਬਾਅਦ ਬ੍ਰੇਕਫਾਸਟ ਆ ਗਿਆ। ਮੈਂ ਬ੍ਰੇਕਫਾਸਟ ਕਰਕੇ ਹਟਿਆ ਹੀ ਸੀ ਕਿ ਡਾਕਟਰ ਲਾਈਟਲ ਆ ਗਿਆ। ਉਹਨੂੰ ਸਿਸਟਰ ਨੇ ਰਾਤ ਦੀ ਹਾਲਤ ਪਹਿਲਾਂ ਹੀ ਦੱਸਦੀ ਸੀ। ਜਦੋਂ ਮੈਂ ਦੱਸਿਆ ਤਾਂ ਹੱਸ ਪਿਆ ਤੇ ਕਹਿਣ ਲੱਗਾ, ਮਿਸਟਰ ਸਿੰਘ, ਤੁਰਨ ਨਾਲ ਲੱਤ 'ਚ ਦਰਦ ਤੇ ਹੋਣੀ ਹੈ। ਬਜ਼ੁਰਗ ਹੈਰੀਸਨ ਜੋ ਹੁਣ ਤੱਕ ਚੁੱਪ ਸੀ ਬੋਲਿਆ, ਮਿਸਟਰ ਸਿੰਘ, ਮੇਰੀਆਂ ਦੋਹਾਂ ਲੱਤਾਂ 'ਚ ਦਰਦ ਹੁੰਦੀ ਹੈ, ਤੂੰ ਇੱਕ ਦੀ ਗੱਲ ਕਰਦਾ। ਅੱਜ ਡਾਕਟਰ ਨੇ ਕਿਹਾ ਫੌੜੀਆਂ ਛੱਡ ਦਿਓ ਤੇ ਸੋਟੀ ਦੇ ਸਹਾਰੇ ਤੁਰੋ। ਇਹ ਸੁਣ ਕੇ ਮੈਂ ਬੁਖਲਾ ਗਿਆ। ਮੈਂ ਕਿਹਾ, ਇਹ ਤਾਂ ਬਹੁਤ ਔਖਾ ਹੈ, ਮੈਂ ਫੌੜੀਆਂ ਤੋਂ ਬਿਨਾਂ ਨਹੀਂ ਤੁਰ ਸਕਦਾ। ਡਾਕਟਰ ਹੱਸ ਕੇ ਬੋਲਿਆ, ਮੈਂ ਸਮਝਦਾ ਕਿ ਇਹ ਔਖਾ ਹੈ, ਪਰ ਇਹ ਠੀਕ ਇਸ ਤਰ੍ਹਾਂ ਹੀ ਹੋਣਾ ਹੈ। ਮੈਂ ਉਦਾਸ ਜਿਹਾ ਹੋ ਗਿਆ ਤੇ ਡਾਕਟਰ ਚਲਾ ਗਿਆ। ਉਸ ਦਿਨ ਮੈਂ ਸਰਾਣੇ ਪਈਆਂ ਫੌੜੀਆਂ ਵੱਲ ਹਸਰਤ ਭਰੀਆਂ ਨਿਗਾਹਾਂ ਨਾਲ ਵੇਖ ਰਿਹਾ ਸੀ। ਕਮਰੇ ਦੀ ਉਦਾਸੀ ਦਾ ਮਾਹੌਲ ਅਚਾਨਕ ਉਸ ਸਮੇਂ ਬਦਲ ਗਿਆ ਜਦੋਂ ਲੈਬੋਰਟਰੀ 'ਚੋਂ ਇੱਕ ਸਿਸਟਰ ਮਿਸਟਰ ਹੈਰੀਸਨ ਦਾ ਬਲੱਡ ਟੈਸਟ ਕਰਨ ਲਈ ਬਲੱਡ ਲੈਣ ਆ ਗਈ। ਉਹ ਬੋਲਿਆ, ਕੀ ਚਾਹੀਦਾ? ਸਿਸਟਰ ਬੋਲੀ, ਖੂਨ। ਹੈਰੀਸਨ ਕਹਿਣ ਲੱਗਾ, ਮੇਰੇ ਕੋਲ ਤਾਂ ਮੇਰੇ ਜੋਗਾ ਹੀ ਹੈ, ਵਾਧੂ ਨਹੀਂ, ਕਿਸੇ ਹੋਰ ਪਾਸੋਂ ਲੈ ਲੈ। ਸਿਸਟਰ ਨੇ ਕਿਹਾ, ਨਹੀਂ, ਇਹ ਜ਼ਰੂਰੀ ਲੈਣਾ ਹੈ, ਇਹ ਟੈਸਟ ਕਰਨਾ ਹੈ। ਸ਼ਾਇਦ ਉਹ ਹੈਰੀਸਨ ਦੇ ਹੱਸਣੇ ਸੁਭਾਅ ਨੂੰ ਨਹੀਂ ਸੀ ਜਾਣਦੀ। ਹੈਰੀਸਨ ਨੇ ਕਮਰੇ 'ਚ ਪਏ ਮਰੀਜ਼ਾਂ ਦੇ ਚਿਹਰਿਆਂ ਵੱਲ ਤੱਕਿਆ ਤੇ ਕਿਹਾ, ਚੰਗਾ, ਫਿਰ ਮੇਰੀ ਸਭ ਨੂੰ ਆਖਰੀ ਸਲਾਮ, ਮੈਂ ਹੁਣ ਨਹੀਂ ਬਚਦਾ। ਸਾਰਾ ਕਮਰਾ ਹਾਸੇ ਨਾਲ ਛਣਕ ਪਿਆ। ਫਿਜ਼ੀਕਲ ਵਾਲਾ ਸਕਾਟ ਖੁੰਡੀ ਲੈ ਕੇ ਆ ਗਿਆ ਤੇ ਫੌੜੀਆਂ ਚੁੱਕ ਕੇ ਲੈ ਗਿਆ। ਮੈਂ ਫੌੜੀਆਂ ਵੱਲ ਵੇਖ ਰਿਹਾ ਸੀ ਬੜੇ ਤਰਸ ਤੇ ਪਿਆਰ ਭਰੇ ਲਹਿਜੇ ਨਾਲ ਤੇ ਮਿਸਟਰ ਸਕਾਟ ਨੇ ਮੁੜ ਕੇ ਆ ਕੇ ਮੈਨੂੰ ਕਿਹਾ, ਮਿਸਟਰ ਸਿੰਘ, ਜ਼ਰਾ ਸੋਟੀ ਨਾਲ ਤੁਰੋ ਤਾਂ। ਮੈਂ ਘਬਰਾ ਗਿਆ ਤੇ ਉਹਨੂੰ ਕਿਹਾ, ਮੈਥੋਂ ਤੁਰਿਆ ਨਹੀਂ ਜਾਣਾ, ਮੈਂ ਡਿੱਗ ਪਵਾਂਗਾ। ਉਹਨੇ ਫੜ ਕੇ ਮੈਨੂੰ ਹੌਲੀ-ਹੌਲੀ ਸਹਾਰਾ ਦੇ ਕੇ ਤੋਰਿਆ ਤੇ ਸੋਟੀ ਨਾਲ ਤੁਰਨ ਦਾ ਢੰਗ ਦੱਸਿਆ। ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਕਸਰਤਾਂ ਕਰਾਈਆਂ। ਸ਼ਾਮ ਨੂੰ ਸਿਸਟਰ ਕੋਲ ਤੇ ਮੋਨਿਕਾ ਆ ਗਈਆਂ ਤੇ ਕਹਿਣ ਲੱਗੀਆਂ ਕਿ 20 ਗਜ਼ ਤੁਰ ਕੇ ਜਾਓ, ਫੇਰ ਆਇਓ। ਇਸ ਤਰ੍ਹਾਂ 5 ਵਾਰ ਕਰੋ। ਮੈਂ ਇਸ ਗੱਲ ਤੇ ਅੜ ਗਿਆ ਕਿ ਮੈਂ 1 ਵਾਰ ਹੀ ਜਾਵਾਂਗਾ, ਵੱਧ ਨਹੀਂ, ਤੇ ਅਖੀਰ 2 ਵਾਰ ਤੇ ਸਾਡਾ ਸਮਝੌਤਾ ਹੋ ਗਿਆ। ਅੱਜ ਹੀ ਕੁਝ ਮਿੱਤਰ ਪਾਕਿਸਤਾਨੀ ਮਨਸੂਰ, ਤਾਰੀ, ਬਲਦੇਵ ਤੇ ਰੇਸ਼ਮ ਹੋਰੀ ਮਿਲਣ ਆਏ। ਮਨਸੂਰ ਤੇ ਤਾਰੀ ਨਾਲ ਇੱਕ ਮੋਟੀ ਟਰੱਕ ਵਰਗੀ ਸਿਆਣੀ ਉਮਰ ਦੀ ਗੋਰੀ ਸੀ। ਬਲਦੇਵ ਹੋਰੀ ਵਿਸਕੀ ਵੀ ਲਿਆਈ। ਮੈਂ ਹੌਲੀ ਜੀ ਸਿਸਟਰ ਕੋਲ ਨੂੰ ਪੁੱਛਿਆ ਕਿ ਕੀ ਮੈਂ ਇੱਥੇ ਪੀ ਸਕਦਾ? ਉਹਨੇ ਬੜੇ ਹੌਸਲੇ ਨਾਲ ਕਿਹਾ, ਕਿਉਂ ਨਹੀਂ, ਤੁਸੀਂ ਵਿਸਕੀ ਜਾਂ ਕੋਈ ਵੀ ਸ਼ਰਾਬ ਪੀ ਸਕਦੇ ਹੋ। ਬਲਦੇਵ ਹੋਰਾਂ ਕਾਲੀ 'ਚ ਮੈਨੂੰ 2 ਹਾੜੇ ਪਾ ਕੇ ਦਿੱਤੇ ਤੇ ਮਗਰੋਂ 1 ਹਾੜਾ ਤਕੜਾ ਪੀਣ ਲਈ ਪਾ ਕੇ ਰੱਖ ਦਿੱਤਾ ਤੇ ਚਲੇ ਗਏ। ਮੈਂ ਸਿਸਟਰ ਮੋਨਿਕਾ ਨੂੰ ਕੁਝ ਲੈਮਨੇਟ ਆਦਿ ਲਿਆਉਣ ਲਈ ਕਿਹਾ। ਉਹਨੇ ਝੱਟ ਔਰੇਂਜ ਜੂਸ ਜੋ ਮੈਨੂੰ ਰੋਜ਼ ਦਿੰਦੀ ਸੀ ਦਾ ਜੱਗ ਭਰ ਕੇ ਲਿਆ ਦਿੱਤਾ। ਅੱਜ ਸੋਟੀ ਨਾਲ ਤੁਰਨ ਦਾ ਨਵਾਂ ਤਰੀਕਾ ਸਿੱਖਿਆ। ਖੱਬੇ ਹੱਥ 'ਚ ਸੋਟੀ ਫੜੋ, ਫਿਰ ਸੋਟੀ ਤੇ ਸੱਜੀ ਲੱਤ ਇਕੱਠੀਆਂ ਹੀ ਚੁੱਕੋ ਤੇ ਹੌਲੀ-ਹੌਲੀ ਤੁਰਨ ਦੀ ਕਸਰਤ ਕਰੋ। ਮੈਂ ਕੁਝ ਸਮਾਂ ਇਸ ਤਰ੍ਹਾਂ ਤੁਰਿਆ। ਜਦ ਮੁੜ ਕਮਰੇ 'ਚ ਆਇਆ ਤਾਂ ਮਿਸਟਰ ਹੈਰੀਸਨ ਪਚਾਕੇ ਮਾਰ-ਮਾਰ ਕੇ ਕੇਲਾ ਖਾ ਰਿਹਾ ਸੀ। ਸਾਰੇ ਉਸ ਵੱਲ ਦੇਖ ਰਹੇ ਸਨ।
ਮੋਨਿਕਾ ਹੱਸ ਪਈ ਤੇ ਬੋਲੀ ਭੁੱਖਾ। ਉਹ ਬੜੇ ਅਨੋਖੇ ਅੰਦਾਜ਼ 'ਚ ਕਹਿਣ ਲੱਗਾ, ਮੈਨੂੰ ਭੁੱਖ ਤੇ ਨਹੀਂ, ਮੈਂ ਤਾਂ ਤੁਹਾਡੇ ਕਮਰੇ ਵਿੱਚੋਂ ਖਾਣ ਦਾ ਸਮਾਨ ਸਾਫ਼ ਕਰ ਰਹੀ ਹਾਂ। ਮਿਸਟਰ ਸਿੰਘ, ਜੇ ਤੇਰੇ ਪਾਸ ਵੀ ਖਾਣ ਪੀਣ ਦਾ ਕੁਝ ਵਾਧੂ ਸਮਾਨ ਪਿਆ ਤਾਂ ਦੇ ਦੇ, ਇਹਨਾਂ ਦਾ ਕਮਰਾ ਸਾਫ਼ ਕਰ ਦੇ। ਸਿਸਟਰ ਕੋਲ ਤੇ ਮੋਨਿਕਾ ਹੱਸਦਿਆਂ ਹੱਸਦਿਆਂ ਰਾਤ ਦਾ ਖਾਣਾ ਖਾਣ ਲਈ ਨਾਲ ਦੇ ਕਮਰੇ ਚਲੀਆਂ ਗਈਆਂ। ਹਾਲੇ ਥੋੜੀ ਦੇਰ ਹੀ ਹੋਈ ਸੀ ਕਿ ਹੈਰੀਸਨ ਰੌਲਾ ਪਾਉਣ ਲੱਗ ਪਿਆ ਤੇ ਆਖੇ, ਬਲੱਡੀ, ਦੋਵੇਂ ਕੁੜੀਆਂ ਕਿੱਥੇ ਮਰ ਗਈਆਂ? ਕਮਰੇ ਦੇ ਤੀਸਰੇ ਸਾਥੀ ਮਰੀਜ਼ ਬਜ਼ੁਰਗ ਕੌਬਨ ਨੇ ਕਿਹਾ, ਮਿਸਟਰ ਸਿੰਘ ਘੰਟੀ ਵਜਾ। ਤੇ ਉਧਰ ਹੈਰੀਸਨ ਵੀ ਰੌਲਾ ਪਾਈ ਜਾਏ ਤੇ ਕਹੇ, ਮਿਸਟਰ ਸਿੰਘ ਕਿਰਪਾ ਕਰਕੇ ਘੰਟੀ ਵਜਾਓ। ਮੈਂ ਘੰਟੀ ਵਜਾਈ, ਵਿਚਾਰੀਆਂ ਹੱਥਾਂ ਵਿਚਲੀਆਂ ਬੁਰਕੀਆਂ ਛੱਡ ਕੇ ਭੱਜੀਆਂ ਆਈਆਂ। ਮੋਨਿਕਾ ਨੇ ਆ ਕੇ ਮੈਨੂੰ ਪੁੱਛਿਆ, ਮਿਸਟਰ ਸਿੰਘ ਕੀ ਗੱਲ ਹੋਈ? ਮੈਂ ਕਿਹਾ, ਮੈਨੂੰ ਨਹੀਂ, ਮਿਸਟਰ ਹੈਰੀਸਨ ਨੂੰ ਤਕਲੀਫ ਹੈ। ਉਹਨੇ ਬੜੇ ਪਿਆਰ ਨਾਲ ਪੁੱਛਿਆ, ਪਾਪਾ ਕੀ ਗੱਲ ਹੋਈ? ਅੱਗੋਂ ਬੜੇ ਅਜੀਬ ਢੰਗ ਨਾਲ ਬੋਲਿਆ, ਕੁਝ ਵੀ ਨਹੀਂ। ਮੈਂ ਤੇ ਨਾਲ ਦਾ ਬਜ਼ੁਰਗ ਮਰੀਜ਼ ਥੋੜੇ ਛਿੱਥੇ ਜੇ ਪੈ ਗਏ। ਤਦੋਂ ਮੋਨਿਕਾ ਬੋਲੀ, ਤੁਸੀਂ ਮਿਸਟਰ ਸਿੰਘ ਨੂੰ ਬੈਲ ਕਰਨ ਨੂੰ ਕਿਹਾ ਸੀ? ਉਹ ਬੋਲਿਆ, ਹਾਂ। ਤਾਂ ਫਿਰ ਕੀ ਗੱਲ ਹੈ? ਹੈਰੀਸਨ ਹੱਸ ਕੇ ਕਹਿਣ ਲੱਗਾ, ਮੈਨੂੰ ਟਾਇਲਟ 'ਚ ਛੱਡ ਆਓ। ਉਹਨਾਂ ਨੂੰ ਟੱਟੀ ਕਰਨ ਵਾਲੀ ਕੁਰਸੀ ਤੇ ਬਿਠਾਇਆ ਤੇ ਟਾਇਲਟ 'ਚ ਛੱਡ ਆਈਆਂ ਤੇ ਆਪ ਖਾਣਾ ਖਾਣ ਚਲੀਆਂ ਗਈਆਂ। ਥੋੜੇ ਚਿਰ ਬਾਅਦ ਟਾਇਲਟ 'ਚੋਂ ਮਿਸਟਰ ਹੈਰੀਸਨ ਰੌਲਾ ਪਾਉਣ ਲੱਗ ਪਿਆ, ਉੱਚੀ ਆਖੇ, ਆ ਜਾ ਆ ਜਾ ਆ ਜਾ। ਉਹ ਦੋਵੇਂ ਫਿਰ ਭੱਜੀਆਂ ਤੇ ਆ ਕੇ ਪੁੱਛਿਆ, ਮਿਸਟਰ ਹੈਰੀਸਨ ਕੀ ਗੱਲ ਹੈ? ਅੱਗੋਂ ਕਹਿਣ ਲੱਗਾ, ਮੈਂ ਤੇ ਟੱਟੀ ਨੂੰ ਬੁਲਾ ਰਿਹਾ, ਤੁਹਾਨੂੰ ਤੇ ਨਹੀਂ ਬੁਲਾ ਰਿਹਾ। ਉਹ ਦੋਵੇਂ ਹੱਸਦੀਆਂ ਬਾਹਰ ਆ ਗਈਆਂ। ਫਿਰ ਥੋੜੇ ਸਮੇਂ ਬਾਅਦ ਬਹੁਤ ਜ਼ੋਰ ਦੀ ਆਵਾਜ਼ ਆਈ ਤੇ ਨਾਲੇ ਆਖੇ, ਆ ਜਾ ਪਿਆਰੀ ਆ ਜਾ। ਤੇ ਨਾਲ ਹੀ ਟਾਇਲਟ ਦੇ ਪਾਣੀ 'ਚ ਥੋੜਾ ਜਿਹਾ ਖੜਾਕ ਹੋਇਆ। ਹੈਰੀਸਨ ਖਿੜਖੜਾ ਕੇ ਹੱਸ ਪਿਆ। ਇੰਨੇ ਨੂੰ ਦੋਵੇਂ ਨਰਸਾਂ ਆ ਗਈਆਂ ਤੇ ਕਹਿਣ ਲੱਗੀਆਂ, ਮਿਸਟਰ ਹੈਰੀਸਨ ਸਫਲ ਹੋ ਗਿਆ। ਤੇ ਹੈਰੀਸਨ ਆਖਣ ਲੱਗਾ, ਆਪਣੇ ਜ਼ੋਰ ਨਾਲ ਸਫਲ ਹੋਇਆ, ਤੁਹਾਡੇ ਜ਼ੋਰ ਨਾਲ ਤਾਂ ਨਹੀਂ। ਮੋਨਿਕਾ ਇੰਨੀ ਜ਼ੋਰ ਨਾਲ ਹੱਸਦੀ ਹੱਸਦੀ ਬਾਹਰ ਆਈ ਕਿ ਉਹ ਤੋਂ ਬੋਲਿਆ ਨਾ ਜਾਵੇ। ਮੈਂ ਮੋਨਿਕਾ ਨੂੰ ਪੁੱਛਿਆ, ਇਹ ਬਜ਼ੁਰਗ ਕੀ ਕਰਦਾ? ਬੋਲੀ, ਪਤਾ ਨਹੀਂ, ਪੈਨਸ਼ਨਰ ਹੈ। ਮੋਨਿਕਾ ਦੇ ਕੋਲ ਪੁੱਛਣ ਲੱਗੀਆਂ, ਮਿਸਟਰ ਸਿੰਘ ਤੂੰ ਕੀ ਲਿਖਦਾ ਰਹਿਣਾ ਹੈ? ਮੈਂ ਕਿਹਾ ਕਿ ਮੈਂ ਇੱਥੋਂ ਦੀ ਕਹਾਣੀ ਲਿਖਦਾ। ਮੋਨਿਕਾ ਬੋਲੀ, ਕਿਸ ਬਾਰੇ? ਮੈਂ ਕਿਹਾ ਤੁਹਾਡੇ ਸਾਰਿਆਂ ਬਾਰੇ। ਤੇ ਕੋਲ ਕਹਿਣ ਲੱਗੀ, ਮੇਰੇ ਬਾਰੇ ਕੀ ਲਿਖਿਆ? ਮੈਂ ਕਿਹਾ ਤੂੰ ਇੱਕ ਮਾਸੂਮ ਬੱਚੇ ਵਰਗੀ ਲੱਗਦੀ ਹੈ। ਜਦੋਂ ਮੇਰੇ ਕਮਰੇ 'ਚ ਆਉਂਦੀ ਹੈ ਤੇ ਹੁਕਮੀ ਲਹਿਜੇ 'ਚ ਆਖਦੀ ਹੈ, ਮਿਸਟਰ ਸਿੰਘ ਕਸਰਤ ਸ਼ੁਰੂ ਕਰੋ। ਤੇ ਨਾਲੇ ਹੁਕਮ ਹੁੰਦਾ ਹੈ 20 ਵਾਰ ਕਰਨੀ ਹੈ, ਪਰ ਜਦੋਂ ਮੈਂ 19 ਵਾਰ ਤੱਕ ਕਰ ਚੁੱਕਾ ਹੁੰਦਾ ਤਾਂ ਤੂੰ ਆਪਣਾ ਹੱਥ ਤੋਂ ਉੱਚਾ ਚੁੱਕ ਕੇ ਜਿੱਥੋਂ ਤੱਕ ਮੈਂ 20 ਵਾਰ ਕਸਰਤ ਕੀਤੀ ਹੁੰਦੀ ਹੈ ਕਹਿੰਦੀ ਹੈ, ਮੇਰੇ ਹੱਥ ਨੂੰ ਪੈਰ ਲਾਓ। ਉਹ ਥੋੜਾ ਹੈਰਾਨ ਤੇ ਖੁਸ਼ ਹੋਈ। ਮਿਸਟਰ ਹੈਰੀਸਨ ਨੂੰ ਵੀ ਪਤਾ ਲੱਗ ਚੁੱਕਾ ਸੀ ਕਿ ਮਿਸਟਰ ਸਿੰਘ ਮੇਰੇ ਬਾਰੇ ਵੀ ਲਿਖਦਾ ਹੈ। ਉਹ ਬੋਲੇ, ਮਿਸਟਰ ਸਿੰਘ ਮੈਂ ਤੇ ਖਤਮ ਹੋ ਚੁੱਕਾ, ਮੇਰੇ ਬਾਰੇ ਕੀ ਲਿਖੇਗਾ? ਜੀਂਦੇ ਰਹਿਣ ਵਾਲਿਆਂ ਬਾਰੇ ਕੁਝ ਲਿਖੋ। ਜਦੋਂ ਮੈਂ ਉਹਨੂੰ ਇਹ ਕਿਹਾ ਕਿ ਹਸਪਤਾਲ 'ਚ ਆਉਂਦੇ ਹੀ ਉਹ ਹਨ ਜੋ ਮੌਤ ਨਾਲ ਘੋਲ ਕਰ ਰਹੇ ਹੁੰਦੇ ਹਨ ਤੇ ਪਤਾ ਨਹੀਂ ਉਹਨਾਂ 'ਚੋਂ ਮੌਤ ਨੂੰ ਕਿਸ ਨੇ ਢਾਹ ਲੈਣਾ ਤੇ ਕਿਹਨੇ ਮੌਤ ਨੂੰ ਢਾਹ ਲੈਣਾ। ਮਿਸਟਰ ਹੈਰੀਸਨ ਹੱਸ ਪਿਆ ਤੇ ਕਹਿਣ ਲੱਗਾ ਕਿ ਮੈਂ ਮੌਤ ਨਾਲੋਂ 3 ਸਾਲਾਂ ਤੋਂ ਸਾਵਾਂ ਛੁੱਟਦਾ ਆ ਰਿਹਾ। ਗੋਲਡ ਮੈਡਲ ਪਤਾ ਨਹੀਂ ਕੌਣ ਜਿੱਤੇ। ਅੰਗ 12ਵਾਂ। ਅੱਜ ਸਵੇਰੇ ਵੀ ਸਿਸਟਰ ਡੈਨੀ ਤੇ ਮੋਨਿਕਾ ਦੀ ਡਿਊਟੀ ਸੀ। ਮੈਂ ਨਹਾਉਣ ਤੋਂ ਬਾਅਦ ਨਾਸ਼ਤਾ ਕਰ ਹਟਿਆ ਤਾਂ ਡਾਕਟਰ ਨੇ ਆ ਕੇ ਗੋਡਾ ਟੋਹ ਕੇ ਵੇਖਿਆ ਤੇ ਬੋਲਿਆ, ਬਹੁਤ ਵਧੀਆ। ਮੈਂ ਉਹਨੂੰ ਕਿਹਾ ਕਿ ਤੁਹਾਡੇ ਪਾਸ ਕੁਝ ਸਮਾਂ ਹੈ ਕਿਉਂਕਿ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ। ਉਹ ਬੋਲਿਆ, ਦੱਸੋ। ਜਦੋਂ ਮੈਂ ਆਪਣੇ ਲਿਖਣ ਵਾਲੇ ਕਾਗਜ਼ਾਂ ਦਾ ਪਲੰਦਾ ਚੁੱਕਿਆ ਤੇ ਕਿਹਾ ਕਿ ਸਮਾਂ ਕਾਫੀ ਲੱਗੇਗਾ, ਮੈਂ ਤੁਹਾਡੀ ਜ਼ਿੰਦਗੀ ਬਾਰੇ ਕੁਝ ਜਾਣਨਾ ਚਾਹੁੰਦਾ। ਉਹ ਹੈਰਾਨ ਹੋ ਕੇ ਬੋਲਿਆ, ਮੇਰੀ ਨਿੱਜੀ ਜ਼ਿੰਦਗੀ ਬਾਰੇ? ਉਹ ਬੋਲਿਆ, ਕਿਉਂ? ਮੈਂ ਉਹਨੂੰ ਹੱਥ ਵਿਚਲਾ ਲਿਖਿਆ ਖਰੜਾ ਵਿਖਾ ਕੇ ਆਖਿਆ ਕਿ ਮੈਂ ਕੁਝ ਲਿਖ ਰਿਹਾ ਤੇ ਇਸ 'ਚ ਤੁਹਾਡੀ ਭੂਮਿਕਾ ਦੂਜੇ ਨੰਬਰ ਦੇ ਪਾਤਰ ਵਾਲੀ ਹੈ। ਉਹ ਬੋਲਿਆ, ਮੈਂ ਦੁਪਹਿਰ ਤੋਂ ਪਹਿਲਾਂ ਆਵਾਂਗਾ ਤੇ ਫਿਰ ਗੱਲਾਂ ਕਰਾਂਗੇ। ਨਾਲ ਹੀ ਉਹਨੇ ਕਿਹਾ ਕਿ ਕੱਲ ਤੁਹਾਨੂੰ ਘਰ ਭੇਜ ਦੇਵਾਂਗੇ। ਇਹ ਕਹਿ ਕੇ ਉਹ ਚਲਾ ਗਿਆ। ਮਿਸਟਰ ਹੈਰੀਸਨ ਜੋ ਹੁਣ ਤੱਕ ਗੱਲਾਂ ਸੁਣੀ ਜਾ ਰਿਹਾ ਸੀ ਬੋਲਿਆ, ਮਿਸਟਰ ਸਿੰਘ ਅੱਜ ਸਨਿਚਰਵਾਰ ਹੈ। ਮੈਂ ਕਿਹਾ ਅੱਜ ਸ਼ੁੱਕਰਵਾਰ ਹੈ। ਸਨਿਚਰਵਾਰ ਕੱਲ ਹੈ। ਉਹਨੇ ਕਿਹਾ ਕੱਲ ਨੂੰ ਫੁੱਟਬਾਲ ਦਾ ਮੈਚ ਰੇਡੀਓ ਤੇ ਆਏਗਾ, ਤੁਸੀਂ ਵੀ ਸੁਣਨਾ। ਮੈਂ ਕਿਹਾ ਤੁਸੀਂ ਵੀ ਸੁਣੋਗੇ? ਹੱਸ ਕੇ ਬੋਲਿਆ, ਮੈਂ ਤਾਂ ਆਪ ਖੇਡਾਂਗਾ, ਸੁਣਨਾ ਤਾਂ ਇੱਕ ਪਾਸੇ ਰਿਹਾ। ਮੈਂ ਹਾਸੇ 'ਚ ਕਿਹਾ, ਮਿਸਟਰ ਹੈਰੀਸਨ ਇਹ ਬਲੱਡੀ ਕੱਲ ਤੇ ਕਦੇ ਆਇਆ ਹੀ ਨਹੀਂ, ਇਹ ਕਦੀ ਕਿਸੇ ਦੇ ਕਾਬੂ ਨਹੀਂ ਆਉਂਦਾ। ਉਹ ਹੱਸ ਕੇ ਬੋਲਿਆ, ਮਿਸਟਰ ਸਿੰਘ ਮੇਰੀਆਂ ਲੱਤਾਂ ਠੀਕ ਹੋ ਲੈਣ ਦੇ ਫਿਰ ਦੇਖੀ, ਮੈਂ ਇਹਨੂੰ ਇਸ ਤਰ੍ਹਾਂ ਕਾਬੂ ਕਰਾਂਗਾ ਕਿ ਹਿੱਲ ਨਹੀਂ ਸਕੇਗਾ। ਮੋਨਿਕਾ ਬੋਲੀ, ਤੂੰ ਕਾਬੂ ਕਿਸ ਤਰ੍ਹਾਂ ਕਰੇਗਾ? ਉਹਨੇ ਝੱਟ ਉੱਤਰ ਦਿੱਤਾ, ਜਿਵੇਂ ਮੈਂ ਤੁਹਾਡੇ ਵਰਗੀਆਂ ਕੁੜੀਆਂ ਕਾਬੂ ਕਰ ਲੈਣਾ। ਮੋਨਿਕਾ ਹੱਸ ਪਈ ਤੇ ਮਖੌਲ ਨਾਲ ਬੋਲੀ, ਵਾਹ ਕਿੰਨਾ ਪਿਆਰਾ ਤੇ ਜਵਾਨ ਮਿੱਤਰ ਲੜਕਾ। ਹੈਰੀਸਨ ਹੱਸ ਪਿਆ ਤੇ ਕਹਿਣ ਲੱਗਾ, ਚੰਗਾ ਪਿਆਰੀ, ਚੱਲ ਫਿਰ ਮੈਨੂੰ ਕੁਰਸੀ ਤੇ ਬਿਠਾ ਤੇ ਟਾਇਲਟ 'ਚ ਲੈ ਚੱਲ। ਮੋਨਿਕਾ ਨੇ ਕਿਹਾ ਕਿ ਉੱਥੇ ਪਹਿਲਾਂ ਹੀ ਕੋਈ ਗਿਆ ਹੋਇਆ। ਹੈਰੀਸਨ ਹੱਸ ਪਿਆ ਤੇ ਕਹਿਣ ਲੱਗਾ, ਉਹਨੂੰ ਕਹੋ ਕਿ ਬਾਕੀ ਰਹਿੰਦੀ ਫੇਰ ਕਰ ਲਵੇ, ਮੈਂ ਤੇਰਾ ਮਿੱਤਰ ਹਾਂ, ਇਸ ਕਰਕੇ ਮੈਨੂੰ ਪਹਿਲ ਮਿਲਣੀ ਚਾਹੀਦੀ ਹੈ। ਉਹਨੂੰ ਟਾਇਲਟ 'ਚ ਛੱਡ ਆਈਆਂ। ਥੋੜੇ ਚਿਰ ਬਾਅਦ ਉਹ ਰੌਲਾ ਪਾਉਣ ਲੱਗ ਪਿਆ। ਉਹ ਗਈਆਂ ਤੇ ਬੋਲਿਆ, ਵਿਆਹ ਤੋਂ ਪਹਿਲਾਂ
ਹੀ ਤੁਸੀਂ ਮੇਰੀ ਪਰਵਾਹ ਨਹੀਂ ਕਰਦੀਆਂ ਤੇ ਬਾਅਦ 'ਚ ਕੀ ਕਰੋਗੀਆਂ? ਉਹ ਹੱਸ ਪਈਆਂ ਤੇ ਬੋਲੀਆਂ, ਪਿਆਰੇ ਚੱਲ ਦੂਸਰੀ ਕੁਰਸੀ ਤੇ ਬੈਠੋ। ਉਹਦੀ ਰੇੜਨ ਵਾਲੀ ਕੁਰਸੀ ਲੈ ਕੇ ਆ ਗਈਆਂ। 2-3 ਫੁੱਟ ਦੂਰ ਹੀ ਉਹਨੂੰ ਦੋਹਾਂ ਨੇ ਮਸੀਂ ਦੂਜੀ ਕੁਰਸੀ ਤੇ ਬਿਠਾਇਆ। ਇੱਕ ਨੇ ਇੱਕ ਹੱਥ ਨਾਲ ਉਸ ਖੁੱਲੇ ਪਜਾਮੇ ਦਾ ਨਾਲਾ ਫੜਿਆ, ਦੂਜੇ ਹੱਥ ਬਗਲ 'ਚ ਮੋਨਿਕਾ ਨੇ ਇੱਕ ਹੱਥ ਉਹਦੀ ਦੂਜੀ ਬਗਲ 'ਚ ਤੇ ਦੂਜਾ ਹੱਥ ਲੱਕ ਦੇ ਦੁਆਲੇ ਪਾ ਕੇ ਮਸਾ ਚੁੱਕਿਆ। ਉਹ ਗਾਲਾਂ ਕੱਢੀ ਜਾਵੇ ਤੇ ਉਹ ਹੱਸੀ ਜਾਣ। ਜਦੋਂ ਕੁਰਸੀ ਤੇ ਬੈਠ ਗਿਆ ਤੇ ਮੋਨਿਕਾ ਨੇ ਕਿਹਾ, ਪਾਪਾ ਹੁਣ ਕਿਵੇਂ ਹੋ? ਉਹ ਬੋਲਿਆ, ਹੁਣ ਠੀਕ ਹੈ, ਤੂੰ ਬਹੁਤ ਚੰਗੀ ਧੀ ਹੈ, ਲਵਲੀ, ਪਿਆਰੀ ਵੀ। ਅੱਜ ਫਿਜ਼ੀਕਲ ਵਾਲੇ ਆਏ ਤੇ ਕਸਰਤ ਕਰਨ ਲਈ ਕਿਹਾ। ਅੱਜ ਸੋਟੀ ਨਾਲ ਪੌੜੀਆਂ ਤੇ ਚੜ੍ਹਨ ਤੇ ਉਤਰਨ ਦੀ ਕਸਰਤ ਕਰਾਈ। ਪਹਿਲੀ ਵਾਰ ਜਦ ਪੌੜੀਆਂ ਤੇ ਚੜ੍ਹਨ ਲੱਗਾ ਤਾਂ ਦੂਜੀ ਪੌੜੀ ਉੱਤੇ ਹੀ ਮੈਂ ਬੁਰੀ ਤਰ੍ਹਾਂ ਡਿੱਗ ਪੈਣਾ ਸੀ ਜੇਕਰ ਸਕਾਟ ਤੇ ਉਹਦੇ ਸਾਥੀ ਨਾ ਸੰਭਾਲਦੇ। ਉਸ ਵੇਲੇ ਫੇਰ ਮੈਨੂੰ ਆਪਣੀਆਂ ਫੌੜੀਆਂ ਯਾਦ ਆਈਆਂ। ਮੈਨੂੰ ਸਕਾਟ ਨੇ ਮੇਰੇ ਬੈੱਡ ਤੇ ਲਟਾ ਦਿੱਤਾ ਤੇ ਕਹਿਣ ਲੱਗਾ ਕਿ ਕੱਲ ਤੁਸੀਂ ਘਰ ਚਲੇ ਜਾਓਗੇ ਤੇ ਘਰ ਜਾ ਕੇ ਦਿਨ 'ਚ 3 ਵਾਰ ਕਸਰਤ ਜ਼ਰੂਰ ਕਰਨੀ, ਕੁਝ ਹਫ਼ਤਿਆਂ ਬਾਅਦ ਠੀਕ ਹੋ ਜਾਓਗੇ। ਫਿਰ ਮਿਸਟਰ ਹੈਰਿਸਨ ਦੀ ਕਸਰਤ ਕਰਨ ਦੀ ਵਾਰੀ ਆਈ। ਉਹਨੂੰ ਰੋੜਨ ਵਾਲਾ ਫਰੇਮ ਫੜਾ ਦਿੱਤਾ ਤੇ ਤੁਰਨ ਲਈ ਕਿਹਾ। ਉਹ ਤੋਂ ਤੁਰਿਆ ਨਾ ਜਾਵੇ। ਉਹ ਕਹਿਣ, ਇੱਥੇ ਤੱਕ ਤੁਰ ਕੇ ਆਓ। ਉਹ ਬੋਲਿਆ, ਤੁਸੀਂ ਸਾਰੇ ਮੈਨੂੰ ਮਾਰਨ ਤੇ ਤੁਲੇ ਹੋਏ ਹੋ। ਜਦੋਂ ਕਸਰਤ ਕਰਕੇ ਹਟਿਆ ਤੇ ਉੱਚੀ ਉੱਚੀ ਬੋਲਣ ਲੱਗਾ ਤੇ ਕਹੇ ਕਿ ਮੈਨੂੰ ਬਰਾਂਡੀ ਦਾ ਪੈਗ ਤਾਂ ਦੇ ਦਿਓ, ਕਿਉਂ ਮਾਰਨ ਲੱਗੇ ਹੋ? ਉਹਨੇ ਦੁੱਧ 'ਚ ਪਾ ਕੇ ਬਰਾਂਡੀ ਪੀਤੀ ਤੇ ਖੁਸ਼ੀ 'ਚ ਤਾੜੀਆਂ ਮਾਰਨ ਲੱਗ ਪਿਆ। ਸਿਸਟਰ ਮੋਨਿਕਾ ਨੂੰ ਇਸ਼ਾਰਾ ਕਰਕੇ ਕਹਿਣ ਲੱਗਾ। ਉਹ ਬੋਲੀ, ਦੱਸੋ? ਕਹਿਣ ਲੱਗਾ, ਨੰਬਰ 2 ਭਾਵ ਟਾਇਲਟ ਜਾਣਾ ਹੈ। ਉਹ ਬੋਲੀ, ਹਾਲੇ ਹੁਣੀ ਤਾਂ ਗਿਆ ਸੀ। ਹੈਰਿਸਨ ਕਹਿਣ ਲੱਗਾ, ਮੇਰੀ ਮਰਜ਼ੀ ਹੈ, ਤੇਰੀ ਨਹੀਂ। ਜਾਣਾ ਮੈਂ, ਤੈਨੂੰ ਕਿਉਂ ਤਕਲੀਫ ਹੁੰਦੀ ਹੈ? ਸਾਰੇ ਖਿੜਖੜਾ ਕੇ ਹੱਸ ਪਏ। ਹੈਰਿਸਨ ਵੀ ਉੱਚੀ ਦੇਣੀ ਹੱਸ ਪਿਆ। ਥੋੜਾ ਨਸ਼ੇ 'ਚ ਹੋ ਕੇ ਕਹਿਣ ਲੱਗਾ, ਮੈਨੂੰ ਬਰਾਂਡੀ ਦਈ ਜਾਓ ਤੇ ਕਸਰਤ ਜਿੰਨੀ ਮਰਜ਼ੀ ਕਰਵਾਈ ਜਾਓ, ਪਰਵਾਹ ਨਹੀਂ। ਸ਼ਾਮ ਨੂੰ ਸਿਸਟਰ ਡੈਲੀ ਕਾਸਟਲੀ ਤੇ ਕੈਲੀ ਡਿਊਟੀ ਤੇ ਆ ਗਈਆਂ ਤੇ ਹੱਸਦੀਆਂ ਹੋਈਆਂ ਪੁੱਛਣ ਲੱਗੀਆਂ, ਮਿਸਟਰ ਸਿੰਘ ਕੀ ਹਾਲ ਹੈ? ਮੈਂ ਕਿਹਾ, ਠੀਕ ਹੈ, ਮੈਂ ਕੱਲ ਚਲਾ ਜਾਵਾਂਗਾ। ਉਹ ਖੁਸ਼ ਹੋਈਆਂ ਕਿਉਂਕਿ ਇੱਕ ਮਰੀਜ਼ ਉਹਨਾਂ ਪਾਸੋਂ ਠੀਕ ਹੋ ਕੇ ਜਾ ਰਿਹਾ ਸੀ। ਉਹ ਮਿਸਟਰ ਹੈਰਿਸਨ ਨੂੰ ਮਿਲੀਆਂ। ਡੈਲੀ ਕਾਸਟਲੀ ਤਾਂ ਗੱਲ ਨੂੰ ਜੱਫੀ 'ਚ ਪਾ ਕੇ ਮਿਲੀ। ਹੈਰਿਸਨ ਕਹਿਣ ਲੱਗਾ, ਮੈਂ ਬਿਲਕੁਲ ਠੀਕ ਹਾਂ, ਕੋਈ ਫਿਕਰ ਨਾ ਕਰੋ, ਤੁਸੀਂ ਬਹੁਤ ਚੰਗੀਆਂ ਕੁੜੀਆਂ ਹੋ। ਉਹਨੂੰ ਛੇੜਦੀਆਂ ਤੇ ਹੱਸਦੀਆਂ ਬਾਹਰ ਆ ਗਈਆਂ ਤੇ ਅੱਜ ਦੀ ਡਿਊਟੀ ਸ਼ੁਰੂ ਕੀਤੀ। ਅੱਜ ਨਾਲ ਦੇ ਤੀਜੇ ਮਰੀਜ਼ ਸਾਥੀ ਕੋਬਰਮ ਦੀ ਪਤਨੀ ਤੇ ਲੜਕਾ ਮਿਲਣ ਆਏ। ਲੜਕੇ ਦਾ ਨਾਮ ਬ੍ਰਾਇਨ ਸੀ। ਉਹ ਮੇਰੇ ਕੋਲ ਆ ਕੇ ਬੈਠ ਗਿਆ ਤੇ ਗੱਲਾਂ ਕਰਦਾ ਰਿਹਾ। ਉਹ ਇੱਕ ਕਲਾਕਾਰ ਹੈ ਪਰ ਉਸ ਤੋਂ ਵੱਧ ਇੱਕ ਪਿਆਰਾ ਮੁੰਡਾ ਸੀ। ਜਦੋਂ ਜਾਣ ਲੱਗੇ ਤਾਂ ਮਿਸਟਰ ਕੋਬਰਮ ਤੇ ਉਹਦੀ ਪਤਨੀ ਨੇ ਕਈ ਵਾਰ ਆਪਸ 'ਚ ਇੱਕ ਦੂਜੇ ਨੂੰ ਚੁੰਮਿਆ। ਲੜਕੇ ਨੇ ਸਿਰਫ ਗੁੱਡ ਬਾਈ ਕਿਹਾ। ਜਦੋਂ ਜਾਣ ਲੱਗੇ ਤਾਂ ਉਹਨੇ ਐਤਵਾਰ ਆਉਣ ਲਈ ਕਿਹਾ। ਤੁਰਨ ਲੱਗਿਆ ਕੋਬਰਮ ਤੇ ਉਹਦੀ ਪਤਨੀ ਦੋਵਾਂ ਦੀ ਅੱਖਾਂ 'ਚ ਅਥਰੂ ਸਨ। ਮੈਂ ਉਦਾਸੀ ਭਰਿਆ ਦ੍ਰਿਸ਼ ਵੇਖਦਾ ਰਿਹਾ ਤੇ ਸੋਚਣ ਲੱਗਾ ਕਿ ਕੋਬਰਮ ਤੇ ਉਹਦੀ ਪਤਨੀ ਤੇ ਅਗਲੇ ਐਤਵਾਰ ਇਹਨੂੰ ਫਿਰ ਮਿਲਣ ਆ ਜਾਣਗੇ, ਪਰ ਮੇਰੇ ਬੱਚੇ ਕਦੋਂ ਮਿਲਣਗੇ? ਮੈਂ ਆਪਣਾ ਧਿਆਨ ਹੋਰ ਪਾਸੇ ਪਾਉਣ ਲਈ ਕੋਬਰਮ ਨੂੰ ਪੁੱਛਿਆ, ਤੁਹਾਡੇ ਕਿੰਨੇ ਬੱਚੇ ਹਨ? ਉਹਨੇ ਕਿਹਾ, ਮੇਰੇ 2 ਲੜਕੇ ਜੋੜੇ ਹਨ, ਇੱਕ ਕਲਾਕਾਰ ਤੇ ਦੂਜਾ ਮਿਲਟਰੀ 'ਚ ਹੈ। ਕੱਲ ਫਿਜ਼ੀਕਲ ਵਾਲੇ ਫੌੜੀਆਂ ਦੀ ਥਾਂ ਖੂੰਡੀ ਫੜਾ ਗਏ ਸਨ ਤੇ ਤੁਰਨ ਦੀ ਜਾਂਚ ਵੀ ਦੱਸ ਗਏ ਸਨ, ਪਰ ਅੱਜ ਜਦੋਂ ਮੈਂ ਟਾਇਲਟ ਜਾਣ ਲੱਗਾ ਤਾਂ ਖੂੰਡੀ ਸੱਜੇ ਹੱਥ 'ਚ ਫੜੀ ਗਈ। ਹੁਣ ਸੱਜੀ ਲੱਤ ਤੇ ਖੂੰਡੀ ਇਕੱਠੀਆਂ ਨਾ ਚੁੱਕੀਆਂ ਜਾਣ। ਇੰਨਾ ਪਰੇਸ਼ਾਨ ਹੋਇਆ, ਸਮਝ ਨਾ ਆਵੇ ਕਿ ਕੀ ਗਲਤੀ ਹੋ ਗਈ ਹੈ। ਥੋੜਾ ਚਿਰ ਖੜੇ ਰਹਿਣ ਤੋਂ ਬਾਅਦ ਯਾਦ ਆਇਆ ਕਿ ਖੂੰਡੀ ਗਲਤ ਹੱਥ 'ਚ ਫੜੀ ਹੋਈ ਹੈ। ਅਸਲ 'ਚ ਖੂੰਡੀ ਸੱਜੇ ਹੱਥ 'ਚ ਨਹੀਂ, ਖੱਬੇ ਹੱਥ 'ਚ ਫੜਨੀ ਚਾਹੀਦੀ ਸੀ। ਉਸ ਤੋਂ ਬਾਅਦ ਵੀ ਕਈ ਵਾਰ ਇਹ ਗਲਤੀ ਹੁੰਦੀ ਰਹੀ। ਮੈਂ ਸੋਟੀ ਵੀ ਉਸੇ ਹੱਥ 'ਚ ਫੜ ਲੈਂਦਾ ਜਿਸ ਪਾਸੇ ਦੀ ਲੱਤ ਦੁਖਦੀ ਸੀ। ਰਾਤ ਦੀ ਰੋਟੀ ਖਾਧੀ ਤੇ ਹੈਰਿਸਨ ਰੌਲਾ ਪਾਉਣ ਲੱਗ ਪਿਆ। ਡੈਲੀ ਕਾਸਟਲੀ ਆਈ ਤੇ ਕਿਹਾ, ਕੀ ਗੱਲ ਹੈ? ਉਹ ਬੋਲਿਆ, ਮੇਰੀ ਕਾਰ ਕਿੱਥੇ ਹੈ? ਉਹ ਕਹਿਣ ਲੱਗੀ, ਮੈਨੂੰ ਕੀ ਪਤਾ। ਹੈਰਿਸਨ ਕਹਿਣ ਲੱਗਾ ਕਿ ਤੂੰ ਸਾਰੀ ਦਿਹਾੜੀ ਸ਼ਹਿਰ 'ਚ ਮੇਰੀ ਕਾਰ ਚਲਾਈ ਫਿਰਦੀ ਰਹੀ ਹੈ, ਹੁਣ ਤੂੰ ਕਹਿੰਦੀ ਹੈ ਮੈਨੂੰ ਪਤਾ ਨਹੀਂ। ਉਹ ਬੋਲੀ, ਮੇਰੇ ਪਾਸ ਤਾਂ ਲਾਇਸੈਂਸ ਹੀ ਨਹੀਂ, ਮੈਂ ਕਿਵੇਂ ਚਲਾ ਸਕਦੀ ਹਾਂ? ਗਾਲ ਕੱਢ ਕੇ ਕਹਿਣ ਲੱਗਾ, ਤੂੰ ਝੂਠ ਬੋਲਦੀ ਹੈ। ਸਿਸਟਰ ਬੋਲੀ, ਤੁਸੀਂ ਔਰਤਾਂ ਦੇ ਸਾਹਮਣੇ ਇਸ ਤਰ੍ਹਾਂ ਦੀਆਂ ਗੰਦੀਆਂ ਗਾਲਾਂ ਕੱਢਦੇ ਹੋ। ਹੈਰਿਸਨ ਬੋਲਿਆ, ਕਿੱਥੇ ਔਰਤਾਂ? ਕਿਹੜੀਆਂ ਔਰਤਾਂ? ਸਿਸਟਰ ਕਹਿਣ ਲੱਗੀ, ਮੈਂ ਵੀ ਤੇ ਇੱਕ ਔਰਤ ਹਾਂ, ਮੇਰੇ ਸਾਹਮਣੇ ਮੈਨੂੰ ਹੀ ਗਾਲਾਂ ਕੱਢਦੇ ਹੋ। ਉੱਚੀ ਦੇਣੀ ਹੱਸ ਪਿਆ ਤੇ ਬੋਲਿਆ, ਜੇਕਰ ਤੂੰ ਔਰਤ ਹੈ ਤਾਂ ਔਰਤਾਂ ਦਾ ਰੱਬ ਹੀ ਰੱਖਾ, ਕਿਉਂਕਿ ਡੈਲੀ ਕਾਸਟਲੀ ਕੱਦ ਦੀ ਬਹੁਤ ਹੀ ਛੋਟੀ ਤੇ ਬੱਚੀ ਲੱਗਦੀ ਸੀ। ਜ਼ਰਾ ਸਾਹ ਲੈ ਕੇ ਉਹ ਫੇਰ ਬੋਲਿਆ, ਤੂੰ ਸਵੇਰੇ ਜਿਹੜੇ ਮੈਥੋਂ $60 ਉਧਾਰੇ ਲਏ ਸੀ ਉਹ ਦੇ ਦੇ। ਉਹ ਬੋਲੀ, ਕਿਹੜੇ? ਹੈਰਿਸਨ ਉਹਨੂੰ ਗਾਲ ਕੱਢ ਕੇ ਪੈ ਗਿਆ ਤੇ ਬੋਲਿਆ, ਸਾਰਿਆਂ ਦੇ ਸਾਹਮਣੇ ਤੂੰ ਲਏ ਸੀ ਤੇ ਹੁਣ ਕਹਿੰਦੀ ਹੈ ਮੈਂ ਨਹੀਂ ਲਏ। ਚੱਲ ਮੈਂ ਪੁਲਿਸ ਨੂੰ ਫੋਨ ਕਰਦਾ। ਪਰ ਉਹ ਤੋਂ ਕਿਹੜਾ ਉੱਠ ਹੋਣਾ ਸੀ। ਉਹ ਬੋਲੀ, ਪੁਲਿਸ ਨੇ ਅੱਜ ਤਨਖਾਹ ਵਧਾਉਣ ਲਈ ਹੜਤਾਲ ਕੀਤੀ ਹੋਈ ਹੈ। ਹੈਰਿਸਨ ਬੋਲਿਆ, ਤੂੰ ਕਿਉਂ ਨਾ ਕੀਤੀ? ਤੈਨੂੰ ਪੈਸੇ ਬਹੁਤ ਮਿਲਦੇ ਨੇ। ਪਹਿਲਾਂ ਮੇਰੇ ਪੈਸੇ ਦੇ, ਫਿਰ ਕੋਈ ਬਹਾਨਾ ਕਰੀ। ਉਹ ਹੱਸ ਪਿਆ। ਸਿਸਟਰ ਕੈਲੀ ਜੋ ਦਵਾਈ ਦੇ ਰਹੀ ਸੀ ਨੂੰ ਕਹਿਣ ਲੱਗਾ, ਮੈਨੂੰ ਬਰਾਂਡੀ ਦੇ ਦੇ। ਉਹਨੇ ਦੁੱਧ 'ਚ ਪਾ ਕੇ ਥੋੜੀ ਜਿਹੀ ਬਰਾਂਡੀ ਦੇ ਦਿੱਤੀ। ਉਹ ਗੁੱਸੇ 'ਚ ਬੋਲਿਆ, ਮੈਂ ਬੱਚਾ ਨਹੀਂ, ਸਾਰੀ ਪਾ ਦੇ ਜਿੰਨੀ ਹੈ। ਉਹਨੇ ਥੋੜੀ ਹੋਰ ਪਾ ਕੇ ਪਾਈਆ ਲੁਕਾ
ਲੁਕਾ ਦਿੱਤਾ। ਅਸੀਂ ਸਭ ਹੱਸ ਪਏ, ਹੈਰੀਸਨ ਵੀ ਹੱਸ ਪਿਆ। ਥੋੜੇ ਚਿਰ ਬਾਅਦ ਉਹ ਉੱਚੀ ਉੱਚੀ ਗਾਲਾਂ ਕੱਢਣ ਲੱਗ ਪਿਆ ਤੇ ਉਹਨੂੰ ਕਿਸੇ ਹੋਰ ਕਮਰੇ 'ਚ ਬਦਲ ਦਿੱਤਾ, ਪਰ ਮਗਰੋਂ ਪਤਾ ਲੱਗਾ ਕਿ ਉਹਨੂੰ ਨਹਾ ਕੇ ਲਿਆਂਦਾ ਹੈ। ਦੋਹਾਂ ਸਿਸਟਰਾਂ ਨੇ ਚੁੱਕ ਕੇ ਉਹਨੂੰ ਬੈੱਡ ਤੇ ਪਾਇਆ ਤੇ ਉੱਪਰ ਲੱਗੇ ਕੁੰਡੇ ਨੂੰ ਹੱਥ ਉੱਪਰ ਚੁੱਕ ਕੇ ਫੜਨ ਲਈ ਕਿਹਾ। ਉਹ ਬੋਲਿਆ, ਮੈਂ ਹੱਥ ਉੱਪਰ ਕਿਉਂ ਚੁੱਕਾਂ? ਬੌਸ ਮੈਂ ਆ, ਤੁਸੀਂ ਨਹੀਂ। ਦੌੜ ਜਾਓ, ਕੁੱਤੀਆਂ ਕਿਸੇ ਥਾਂ ਦੀਆਂ। ਉਹ ਹੱਸ ਪਈਆਂ ਤੇ ਕੈਲੀ ਕਹਿਣ ਲੱਗੀ, ਮਿਸਟਰ ਸਿੰਘ ਅੱਗੇ ਹੀ ਕਹਿੰਦਾ ਹੈ ਕਿ ਤੂੰ ਸਾਡਾ ਬੌਸ ਹੈ। ਉਹ ਹੱਸ ਪਿਆ ਤੇ ਬੋਲਿਆ, ਮਿਸਟਰ ਸਿੰਘ ਕਹਿੰਦਾ ਹੈ ਮੈਂ ਤੁਹਾਨੂੰ ਠੀਕ ਕਰਾਂਗਾ, ਮੂਰਖਾਂ ਕਿਸੇ ਥਾਂ ਦੀਆਂ। ਕੈਲੀ ਬੋਲੀ, ਇਸ ਤਰ੍ਹਾਂ ਤੁਸੀਂ ਗਾਲਾਂ ਨਾ ਕੱਢੋ, ਚੰਗਾ ਨਹੀਂ ਲੱਗਦਾ। ਹੈਰੀਸਨ ਬੋਲਿਆ, ਦਫਾ ਹੋ ਜਾ, ਵੱਡੀ ਪ੍ਰੀਸਟ ਆ ਗਈ ਮੈਨੂੰ ਸਿੱਖਿਆ ਦੇਣ। ਉਹਨਾਂ ਨੇ ਉਸ 'ਤੇ ਕੰਬਲ ਠੀਕ ਕਰਕੇ ਦਿੱਤਾ ਤੇ ਫਿਰ ਨੀਂਦ ਦੀਆਂ ਗੋਲੀਆਂ ਦਿੱਤੀਆਂ। ਉਹਦੀ ਪਿੱਠ ਹੇਠਾਂ ਨਰਮ ਰੇਸ਼ਮ ਦਾ ਗੱਦਾ ਵਿਛਾਇਆ, ਪਿਸ਼ਾਬ ਵਾਲੀ ਨਾਲੀ ਬਦਲੀ, ਨਵੀਂ ਬੋਤਲ ਲਾਈ ਤੇ ਹੁਣ ਉਹ ਸੌਣ ਲਈ ਕਹਿਣ ਲੱਗਾ। ਸਿਸਟਰ ਕੈਲੀ ਨੇ ਕੁਝ ਦਰਦ ਦੀਆਂ ਗੋਲੀਆਂ ਤੇ ਦੁੱਧ 'ਚ ਪਾ ਕੇ ਬਰਾਂਡੀ ਲਿਆਂਦੀ। ਉਹ ਸਭ ਨੂੰ ਰਾਤ ਸੌਣ ਤੋਂ ਪਹਿਲਾਂ ਹੀ ਦਵਾਈ ਦੇ ਰਹੀ ਸੀ। ਉਹਨੇ ਹੈਰੀਸਨ ਨੂੰ ਕਿਹਾ, ਲੈ ਗੋਲੀਆਂ ਤੇ ਬਰਾਂਡੀ ਲੈ ਲੈ। ਹੈਰੀਸਨ ਨੇ ਗੋਲੀ ਮੂੰਹ 'ਚ ਪਾ ਦੁੱਧ ਮਿਲੀ, ਬਰਾਂਡੀ ਦਾ ਘੁੱਟ ਭਰਿਆ ਤੇ ਬੋਲਿਆ, ਦਫਾ ਹੋ ਜਾ, ਮੈਂ ਦੁੱਧ ਨਹੀਂ ਪੀਣਾ। ਕੈਲੀ ਬੋਲੀ, ਨਹੀਂ ਬਰਾਂਡੀ ਹੈ, ਦੇਖ ਮੈਂ ਪੀਣ ਲੱਗੀ ਹਾਂ, ਪੀ ਲੈ। ਫਿਰ ਮੈਨੂੰ ਕੀ? ਹੈਰੀਸਨ ਨੇ ਬੜੇ ਰੋਹਬ ਨਾਲ ਕਿਹਾ। ਕੈਲੀ ਨੇ ਮਿੰਨਤ ਤਰਲਾ ਕਰਕੇ ਘੁੱਟ ਹੋਰ ਪਿਲਾਇਆ। ਉਹ ਫਿਰ ਗਾਲਾਂ ਕੱਢਣ ਲੱਗ ਪਿਆ। ਅਖੀਰ ਕੈਲੀ ਨੇ ਉਹਦੇ ਗਲ ਨੂੰ ਜੱਫੀ ਪਾ ਕੇ ਬੜੇ ਲਾਡ ਨਾਲ ਕਿਹਾ, ਤੂੰ ਮੇਰਾ ਪਾਪਾ ਨਹੀਂ, ਪੀ ਲੈ, ਪੀ ਲੈ ਨਾ, ਨੀਂਦ ਆ ਜਾਏਗੀ। ਹੈਰੀਸਨ ਕਹਿਣ ਲੱਗਾ, ਠਹਿਰ ਜ਼ਰਾ, ਉੱਠ ਲੈਣ ਦੇ। ਉਹਨੇ ਬਾਕੀ ਦੇ 2 ਘੁੱਟ ਵੀ ਪੀ ਲਏ। ਕੈਲੀ ਨੇ ਉਹਦਾ ਧੰਨਵਾਦ ਕੀਤਾ। ਹੈਰੀ ਨੇ ਜੋ ਹੁਣੇ ਕੁਝ ਚਿਰ ਪਹਿਲਾਂ ਉਹਨੂੰ ਗਾਲਾਂ ਕੱਢਦਾ ਸੀ, ਕਹਿਣ ਲੱਗਾ, ਚੰਗਾ, ਪਰੀਆਂ ਵਰਗੀ ਪਿਆਰੀ ਸ਼ੁਭ ਰਾਤੀ। ਕੈਲੀ ਜਾਂਦੀ ਕਹਿਣ ਲੱਗੀ, ਤੈਨੂੰ ਮੈਂ ਸਵੇਰੇ ਮਿਲਾਂਗੀ। ਹੈਰੀਸਨ ਝੱਟ ਸ਼ਰਾਰਤੀ ਲਹਿਜੇ ਨਾਲ ਬੋਲਿਆ, ਕਿੱਥੇ ਮਿਲੇਂਗੀ? ਕਮਰੇ 'ਚ ਫਿਰ ਹਾਸਾ ਖਿਲਰ ਗਿਆ। ਅਖੀਰਲਾ ਅੰਗ 13ਵਾਂ। ਅੱਜ ਵਰਗੀ ਰਾਤ ਹਸਪਤਾਲ ਦੇ ਸਾਰੇ ਦਿਨਾਂ 'ਚ ਔਖੀ ਨਹੀਂ ਲੰਘੀ। 9 ਵਜੇ ਤੋਂ ਬਾਅਦ ਲੱਤ 'ਚ ਦਰਦ ਸ਼ੁਰੂ ਹੋ ਗਈ। ਗੋਡੇ 'ਚ ਜਿਵੇਂ ਕਿਸੇ ਨੇ ਵਰਮੇ ਨਾਲ ਛੇਕ ਕਰਨਾ ਸ਼ੁਰੂ ਕਰਤਾ ਹੋਵੇ। ਰੌਲਾ ਇਸ ਲਈ ਨਾ ਪਾਵਾਂ ਕਿ ਨਾਲ ਦੇ ਮਰੀਜ਼ ਜਾਗ ਪੈਣਗੇ। ਸਿਸਟਰ ਨੂੰ ਦੱਸਿਆ। ਉਹ ਬੋਲੀ, ਹਲੇ ਹੁਣੇ ਹੀ ਦਰਦ ਦੀਆਂ ਗੋਲੀਆਂ ਦਿੱਤੀਆਂ, ਥੋੜਾ ਚਿਰ ਇੰਤਜ਼ਾਰ ਕਰੋ, ਜੇਕਰ ਠੀਕ ਨਾ ਹੋਈ ਤਾਂ ਫਿਰ ਦੇਖਾਂਗੇ। ਉਹ ਥੋੜੇ ਚਿਰ ਬਾਅਦ ਆ ਕੇ ਪੁੱਛਦੀ ਰਹੀ। ਫਿਰ 1 ਵਜੇ ਤੱਕ ਕੋਈ ਫਰਕ ਨਾ ਪਿਆ। ਅਖੀਰ ਸਿਸਟਰ ਨੇ ਹੋਰ ਚਾਰਾ ਨਾ ਚੱਲਦਾ ਵੇਖ ਕੇ ਨੀਂਦ ਦੀਆਂ ਗੋਲੀਆਂ ਹੋਰ ਦੇ ਦਿੱਤੀਆਂ। ਪਰ ਜਦੋਂ ਦਰਦ ਬਹੁਤ ਹੋਵੇ ਫਿਰ ਜਾਗ ਆ ਜਾਏ। ਇਸ ਤਰ੍ਹਾਂ ਨੀਂਦ ਦੀਆਂ ਗੋਲੀਆਂ ਦੇ ਅਸਰ ਤੇ ਦਰਦ ਦਾ ਘੋਲ ਰਾਤ ਭਰ ਚੱਲਦਾ ਰਿਹਾ ਤੇ ਮੈਂ ਇਹਨਾਂ ਦੋਹਾਂ ਵਿਚਕਾਰ ਪਿਸਦਾ ਰਿਹਾ। ਸਵੇਰੇ 5 ਵਜੇ ਫਿਰ ਨੀਂਦ ਤੇ ਦਰਦ ਦੀਆਂ ਗੋਲੀਆਂ ਦਿੱਤੀਆਂ। 7 ਵਜੇ ਜਾਗ ਆਈ। ਜਦੋਂ ਸਿਸਟਰ ਕੈਲੀ ਨੇ ਆ ਕੇ ਜਗਾਇਆ ਤੂੰ ਬ੍ਰੇਕਫਾਸਟ ਕਰਨ ਲਈ ਕਿਹਾ। ਮੈਂ ਠੰਡ ਮਹਿਸੂਸ ਕਰ ਰਿਹਾ ਸੀ ਤੇ ਉੱਠਣ ਨੂੰ ਦਿਲ ਨਹੀਂ ਸੀ ਕਰਦਾ। ਕਮਰੇ 'ਚ ਸੂਰਜ ਦੀਆਂ ਕਿਰਨਾਂ ਖਿੜਕੀਆਂ ਦੇ ਸ਼ੀਸ਼ਿਆਂ ਰਾਹੀਂ ਅੰਦਰ ਆ ਰਹੀਆਂ ਸੀ। ਅੱਜ ਮੈਂ ਬਹੁਤ ਔਖ ਮਹਿਸੂਸ ਕਰ ਰਿਹਾ ਸੀ। ਸਿਸਟਰ ਨੂੰ ਪਤਾ ਸੀ। ਮੈਂ ਉਹਨੂੰ ਟਾਈਮ ਪੁੱਛਿਆ। ਉਹ ਮੈਨੂੰ ਹਸਾਉਣ ਲਈ ਤੇ ਲੇਟ ਜਾਗਣਾ ਮਹਿਸੂਸ ਕਰਾਉਣ ਲਈ ਬੋਲੀ, 9 ਵੱਜ ਗਏ। ਮੈਂ ਹੈਰਾਨ ਹੋ ਗਿਆ ਤੇ ਕਿਹਾ, ਝੂਠ ਬੋਲਦੀ ਹੈ। ਉਹ ਬੋਲੀ, ਮੇਰੀ ਘੜੀ ਤੇ 9 ਹਨ। ਉਹ ਪੌਣੇ 8 ਵਜੇ, ਉਂਝ ਪੌਣੇ 8 ਵਜੇ ਹਨ। ਨਾ ਦਿਲ ਕਰਦੇ ਹੋਏ ਵੀ ਮੈਂ ਥੋੜਾ ਬ੍ਰੇਕਫਾਸਟ ਕੀਤਾ। ਨਹਾਉਣ ਤੋਂ ਬਾਅਦ ਮੈਂ ਬੈਠਾ ਹੀ ਸੀ ਕਿ ਡਾਕਟਰ ਲਾਈਟਲ ਆ ਗਿਆ ਤੇ ਆਉਂਦਾ ਹੀ ਕਹਿਣ ਲੱਗਾ, ਮਿਸਟਰ ਸਿੰਘ ਮਾਫ ਕਰਨਾ, ਕੱਲ ਮੈਨੂੰ ਬਹੁਤ ਜ਼ਰੂਰੀ ਕੰਮ ਪੈ ਗਿਆ ਸੀ, ਇਸ ਕਰਕੇ ਮੈਂ ਨਹੀਂ ਆ ਸਕਿਆ। ਹੁਣ ਗੱਲਾਂ ਕਰਦੇ ਹਾਂ। ਉਹਨੇ ਬਜ਼ੁਰਗ ਕੋਬਰਮ ਤੇ ਫਿਰ ਹੈਰੀਸਨ ਦਾ ਹਾਲ ਪੁੱਛਿਆ। ਹੈਰੀਸਨ ਕਹਿਣ ਲੱਗਾ, ਇਸ ਤੋਂ ਮਾੜਾ ਹੋਰ ਨਹੀਂ ਹੋ ਸਕਦਾ। ਡਾਕਟਰ ਹੱਸ ਪਿਆ। ਉਹਨੇ ਉਸ ਦੀਆਂ ਲੱਤਾਂ ਵੇਖੀਆਂ, ਉਹਨੂੰ ਉਠਾਇਆ। ਸਿਸਟਰ ਨੂੰ ਕੁਝ ਹਦਾਇਤਾਂ ਕਰਕੇ ਮੇਰੇ ਪਾਸ ਆ ਗਿਆ। ਸਿਸਟਰ ਨੂੰ ਕਹਿਣ ਲੱਗਾ, ਸਿਸਟਰ ਤੂੰ ਪਰਦੇ ਠੀਕ ਤਰ੍ਹਾਂ ਬੰਦ ਕਰਕੇ ਚਲੀ ਜਾ, ਮੈਂ ਮਿਸਟਰ ਸਿੰਘ ਨਾਲ ਕੁਝ ਨਿੱਜੀ ਗੱਲਾਂ ਕਰਨੀਆਂ ਹਨ। ਉਹਨੇ ਮੇਰੀ ਵਾਲੀ ਕੁਰਸੀ ਤੇ ਬੈਠ ਕੇ ਕਿਹਾ, ਮਿਸਟਰ ਸਿੰਘ ਇੱਥੇ ਤਾਂ ਬੰਦਾ ਭਾਵੇਂ ਸਾਰਾ ਦਿਨ ਬੈਠਾ ਰਹੇ, ਔਖਾ ਨਹੀਂ ਹੁੰਦਾ। ਮੈਂ ਕਿਹਾ, ਫਿਰ ਕਿਸ ਦਿਨ ਮੁੜ ਕੇ ਦਿਖਾਉਣ ਆਉਣਾ ਹੈ? ਉਹਨੇ 2 ਹਫ਼ਤੇ ਬਾਅਦ ਦੀ ਤਰੀਕ ਦੇ ਦਿੱਤੀ ਤੇ 2 ਹਫ਼ਤੇ ਦਾ ਸਰਟੀਫਿਕੇਟ ਬਣਾ ਕੇ ਦੇਣ ਲਈ ਕਿਹਾ। ਜਾਣ ਲੱਗਾ ਬੋਲਿਆ, ਡਾਕਟਰ ਡੈਵਲਿਨ ਨੂੰ ਵੀ ਤੁਹਾਨੂੰ ਮਿਲ ਲੈਣਾ ਚਾਹੀਦਾ ਹੈ। ਮੈਂ ਕਿਹਾ, ਮੈਂ ਉਹਨਾਂ ਪਾਸ ਕੱਲ ਸਮਾਂ ਮੰਗਿਆ ਸੀ ਪਰ ਉਹ ਆਏ ਨਹੀਂ। ਉਹ ਬੋਲਿਆ, ਮੈਂ ਉਹਨੂੰ ਭੇਜਦਾ। ਉਹਨੇ ਮੇਰੀ ਲੱਤ ਫੇਰ ਟੋਹ ਕੇ ਵੇਖੀ ਤੇ ਤੋੜ ਕੇ ਵੇਖਿਆ। ਮੈਂ ਤੁਰੰਤ ਔਖ ਮਹਿਸੂਸ ਕਰ ਰਿਹਾ ਸੀ। ਮੈਂ ਰਾਤ ਦੀ ਹਾਲਤ ਦੱਸੀ। ਉਹ ਕਹਿਣ ਲੱਗਾ, ਤੁਸੀਂ ਗੋਲੀਆਂ ਲੈ ਲਓ, ਠੀਕ ਹੋ ਜਾਓਗੇ। ਇਸ ਤਰ੍ਹਾਂ ਦੇ ਆਪਰੇਸ਼ਨ ਵਾਲੇ ਤਾਂ 3 ਦਿਨ ਵਿੱਚ ਠੀਕ ਹੋ ਜਾਂਦੇ ਹਨ, ਪਰ ਤੁਹਾਨੂੰ 13 ਦਿਨ ਹੋ ਗਏ ਹਨ, ਬਹੁਤ ਚਿਰ ਲੱਗਿਆ। ਡਾਕਟਰ ਦੇ ਜਾਣ ਤੋਂ ਬਾਅਦ ਮੇਰੇ ਸਾਥੀ ਮੈਨੂੰ ਲੈਣ ਆ ਗਏ। 12:15 ਵਜੇ ਮੈਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਮੈਂ ਕੈਲੀ ਤੇ ਮੋਨਿਕਾ ਨੂੰ ਮਿਲਣਾ ਚਾਹੁੰਦਾ ਸੀ ਪਰ ਉਹ ਮੈਨੂੰ ਕਿਤੇ ਦਿਸੀਆਂ ਨਾ। ਤੁਰਨ ਲੱਗਿਆ ਮੈਂ ਸਿਸਟਰ ਡੈਨੀ ਪਾਸ ਉਹਨਾਂ ਵਾਸਤੇ ਸ਼ੁਭ ਇੱਛਾਵਾਂ ਛੱਡ ਆਇਆ। ਡੈਨੀ ਦੀਆਂ ਅੱਖਾਂ 'ਚ ਖੁਸ਼ੀ ਦੇ ਅਥਰੂ ਸਨ। ਉਹ ਮੈਨੂੰ ਗੇਟ ਤੱਕ ਰੁੜਨ ਵਾਲੀ ਕੁਰਸੀ ਤੇ ਬਿਠਾ ਕੇ ਛੱਡਣ ਆਈ। ਹਸਪਤਾਲ ਦੇ ਅੰਦਰ ਗੇਟ ਦੇ ਨਾਲ ਵਾਲੇ ਕਮਰੇ 'ਚ ਮੇਰੀਆਂ ਫੌੜੀਆਂ ਪਈਆਂ ਸਨ।
ਮੈਂ ਹਸਰਤ ਭਰੀਆਂ ਅੱਖਾਂ ਨਾਲ ਉਹਨਾਂ ਵੱਲ ਤੱਕਿਆ ਤੇ ਕਾਰ 'ਚ ਬੈਠ ਕੇ ਤੁਰਨ ਲੱਗਿਆ। ਮੈਂ ਮਹਿਸੂਸ ਕਰ ਰਿਹਾ ਸੀ ਕਿ ਮੇਰੇ ਸਰੀਰ ਦਾ ਇੱਕ ਅੰਗ ਹਸਪਤਾਲ 'ਚ ਰਹਿ ਗਿਆ ਸੀ। ਧੰਨਵਾਦ। ਸਮਾਪਤ।